ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਪ੍ਰੀਤ। ਹਰ ਵਾਰ ਦੀ ਤਰ੍ਹਾਂ ਅਸੀਂ ਉਹ ਮੁੱਦਾ ਉਹ ਚਰਚਾ ਆਪ ਜੀ ਦੇ ਸਾਹਮਣੇ ਸਨਮੁਖ ਰੱਖਦੇ ਹਾਂ ਜੋ ਮੁੱਦੇ ਤੇ ਚਰਚਾਵਾਂ ਆਮ ਜਨਤਾ ਅਤੇ ਪੰਜਾਬ ਦੀ ਸੱਤਾ ਅਤੇ ਪੰਜਾਬੀਅਤ ਦੇ ਨਾਲ ਜੁੜੇ ਹੁੰਦੇ ਹਨ। ਅੱਜ ਦਾ ਜਿਹੜਾ ਮੇਨ ਮੁੱਦਾ ਉਹ ਮੁੱਦਾ ਇਹ ਹੈ ਕਿ ਜਿਵੇਂ ਸਰਕਾਰ ਨੇ ਸਿੱਧੀ ਬਿਜਾਈ ਦੇ ਉੱਤੇ 1500 ਰੁਪਇਆ ਪ੍ਰਤੀ ਏਕੜ ਐਲਾਨ ਕੀਤਾ ਝੋਨੇ ਦੀ ਸਿੱਧੀ ਬਿਜਾਈ ਦੇ ਉੱਤੇ, ਅੱਜ ਇਸ ਮੁੱਦੇ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ, ਝੋਨੇ ਦੀ ਸਿੱਧੀ ਬਿਜਾਈ ਕਿਵੇਂ ਹੁੰਦੀ ਹੈ, ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਬਾਕੀ ਰਾਜਨੀਤਿਕ ਪਾਰਟੀਆਂ ਦੇ ਕੀ ਪੱਖ ਨੇ ਅਤੇ ਕਿਸਾਨੀ ਦੀ ਆਰਥਿਕ ਹਾਲਾਤਾਂ ਦੇ ਉੱਤੇ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਹੈ ਉਹ ਕਿੰਨਾ ਕੁ ਇਫੈਕਟ ਕਰ ਰਹੀ ਹੈ। ਸਾਡੇ ਨਾਲ ਅੱਜ ਇਸ ਮੌਕੇ ਦੇ ਉੱਤੇ ਸਾਰੇ ਪਾਰਟੀਆਂ ਦੇ ਵੱਖ-ਵੱਖ ਬੁਲਾਰੇ ਮੌਜੂਦ ਨੇ। ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਕੁਲਦੀਪ ਸਿੰਘ ਧਾਲੀਵਾਲ ਭਾਰਤੀ ਜਨਤਾ ਪਾਰਟੀ ਤੋਂ 1-2 ਮਿੰਟ ਦੇ ਵਿੱਚ ਸਾਡੇ ਨਾਲ ਜੁੜ ਰਹੇ ਨੇ, ਪ੍ਰਦੀਪ ਮਾਨ ਜੀ ਕਾਂਗਰਸ ਤੋਂ, ਸਰਬਜੀਤ ਝਿੰਜਰ ਜੀ ਸ਼੍ਰੋਮਣੀ ਅਕਾਲੀ ਦਲ ਤੋਂ, ਜੰਗਵੀਰ ਚੌਹਾਨ ਜੀ ਕਿਸਾਨ ਮੋਰਚੇ ਤੋਂ ਅਤੇ ਸਾਡੇ ਨਾਲ ਨਿਊਟਰਲੀ ਇਸ ਚੀਜ਼ ਦੇ ਉੱਤੇ ਗੱਲ ਕਰਨ ਦੇ ਲਈ ਦਲਜੀਤ ਚੀਮਾ, ਸਾਡੇ ਨਾਲ ਕੁਲਦੀਪ ਧਾਲੀਵਾਲ ਜੀ ਵੀ ਜੁੜ ਚੁੱਕੇ ਨੇ। ਸੋ ਸਭ ਤੋਂ ਪਹਿਲੇ ਪੱਖ ਲਵਾਂਗੇ ਜੰਗਵੀਰ ਚੌਹਾਨ ਜੀ ਤੋਂ। ਚੌਹਾਨ ਜੀ, ਅਸੀਂ ਦਰਸ਼ਕ ਵੀ ਇਹ ਜਾਣਨਾ ਚਾਹੁੰਦੇ ਨੇ ਕਿ ਝੋਨੇ ਦੀ ਸਿੱਧੀ ਬਿਜਾਈ ਕੀ ਹੁੰਦੀ ਹੈ, ਕਿਵੇਂ ਹੁੰਦੀ ਹੈ, ਇਹਦਾ ਕਿੰਨਾ ਕੁ ਖਰਚ ਹੈ, ਇਹਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ ਅਤੇ ਕਿੰਨਾ ਕੁ ਖਰਚ ਵੱਧਦਾ ਤੇ ਕਿੰਨਾ ਕੁ ਖਰਚ ਘਟਦਾ ਜੀ। ਜੰਗਵੀਰ ਜੀ। हाँ जी गुरप्रीत जी, बहुत वधिया अज मुद्दे ते डिबेट होने लगी है। जरूरी सी क्योंकि सरकार ने तो चलो ये वास्ते 1500 रुपया सबसिडी दे दी है कि चलो असी किसानों के कुछ हथ बटा दईए। और मैनू लगता है कि ये जिहड़ी सीधी बिजाई वाला मैटर आ, इहदे नाल पिछले समय दे विच काफ़ी किसानों नूं बहुत वड्डा नुकसान जिहड़ा सहना पिया जी। और सीधी बिजाई तो चलो असी ड्रिल दे नाल कर लैने आ और ड्रिल दे नाल करके तकरीबन जिन्ना आम झोना दूसरा असी कद्दू करके पानी ला के जिहड़ा बीजदे आ झोना ले लैंदा, टाइम दा पीरियड तां तकरीबन सेम ही आ। ठीक है। ते खादां भी तकरीबन सेम ही पैंदियां। ठीक है। बस मार कित्थों पैंदी है किसान नूं, ਜਿਹੜੀਆਂ ਹਰਬੀਸਾਈਡ ਦਵਾਈਆਂ ਨਦੀਨਨਾਸ਼ਕ ਦਵਾਈਆਂ ਆ ਉਹਦੇ ਵਿੱਚ ਪੱਠੇ ਦਾ ਕੰਟਰੋਲ ਨਹੀਂ ਹੁੰਦਾ ਜੀ। ਜਦੋਂ ਪੱਠੇ ਦਾ ਕੰਟਰੋਲ ਨਹੀਂ ਹੁੰਦਾ ਤੇ ਫਿਰ ਉਹ ਝੋਨੇ ਦੇ ਵੱਧ ਪੱਠਾ ਹੋ ਜਾਂਦਾ ਉਹਦੇ ਵਿੱਚ, ਕਿਉਂਕਿ ਪਾਣੀ ਤਾਂ ਇਹਨੂੰ ਵੀ ਚੰਗੇ ਲਾਉਣੇ ਪੈ ਜਾਂਦੇ ਜੀ ਝੋਨੇ ਨੂੰ। ਜਿਹੜਾ ਸਿੱਧੀ ਬਿਜਾਈ ਵਾਲਾ ਝੋਨਾ ਪਾਣੀ ਤਾਂ ਇਹਨੂੰ ਵੀ ਲਾਉਣੇ ਪੈਂਦੇ ਆ ਜੀ, ਪਰ ਪਾਣੀ ਦੀ ਕਾਫੀ ਬਚਤ ਤਾਂ ਹੋ ਜਾਂਦੀ ਹੈ। ਪਰ ਜਦੋਂ ਨਦੀਨਨਾਸ਼ਕ ਦਵਾਈਆਂ ਜਿਹੜੀਆਂ ਆ ਜਾਂ ਹੋਰ ਦਵਾਈਆਂ ਜਿਹੜੀਆਂ ਜਦੋਂ ਡੁਪਲੀਕੇਟ ਸਾਨੂੰ ਦੁਕਾਨਾਂ ਤੋਂ ਮਿਲਦੇ ਆ ਉਹ ਅਸਰ ਨਹੀਂ ਕਰਦੀਆਂ, ਉੱਥੇ ਕਿਸਾਨਾਂ ਨੂੰ ਬਹੁਤ ਵੱਡੀ ਜਿਹੜੀ ਮਾਰ ਪੈਂਦੀ। ਉਹਦੇ ਕਰਕੇ ਜਿਹੜੀ ਸਿੱਧੀ ਬਿਜਾਈ ਦਾ ਜਿਹੜਾ ਮੈਥਡ ਆ ਨਾ ਉਹ ਫੇਲ ਹੋ ਚੁੱਕਾ ਆ। ਉਹ ਸਾਡੇ ਲਾਗੇ ਵੀ ਇੱਥੇ ਕਿਸਾਨਾਂ ਨੇ ਕਾਫੀ ਟਰਾਇਲ ਲਏ ਸੀਗੇ ਤੇ ਉਹ ਨਦੀਨਨਾਸ਼ਕ ਦਵਾਈਆਂ ਦੇ ਮਾਰਿਆਂ ਨੇ ਮਤਲਬ ਉਹਨੂੰ ਜਿਹੜਾ ਆ ਦਰਕਨਾਰ ਕਰ ਦਿੱਤਾ ਕਿ ਅਸੀਂ ਸਿੱਧੀ ਬਿਜਾਈ ਕਰਨੀ ਨਹੀਂ। ਦੁਬਾਰਾ ਵਾਹ ਕੇ ਜਿਹੜੇ ਆ ਝੋਨਿਆਂ ਦੀ ਜਿਹੜੀ ਸਿੱਧੀ ਬਿਜਾਈ ਕੀਤੀ ਸੀ ਦੁਬਾਰਾ ਉਹਨਾਂ ਨੇ ਕੱਦੂ ਕਰਕੇ ਜਿਹੜਾ ਦੁਬਾਰਾ ਫਿਰ ਝੋਨਾ ਲਾਇਆ। ਔਰ ਸਰਕਾਰ ਦੀ ਗੱਲ ਕਰਦੇ ਆ, ਚਲੋ ਸਾਡੀ ਪੰਜਾਬ ਸਰਕਾਰ ਆ, ਉਹਨਾਂ ਨੇ 1500 ਰੁਪਈਆ ਤਾਂ ਦੇ ਦਿੱਤੀ ਰਾਹਤ ਕੇ ਚਲੋ ਕਿਸਾਨਾਂ ਨੂੰ ਅਸੀਂ ਦੇ ਦਿੰਨੇ ਆ ਕਿ ਕਿਸਾਨ ਉਤਸ਼ਾਹਿਤ ਹੋ ਜਾਣ, ਪਾਣੀ ਦਾ ਲੈਵਲ ਸਾਡਾ ਬਣਿਆ ਰਵੇ। ਔਰ ਮੈਨੂੰ ਲੱਗਦਾ ਕਿ 1500 ਰੁਪਏ ਨਾਲ ਤਾਂ ਕੋਈ ਗੱਲ ਬਣਨੀ ਨਹੀਂ। 15 ਲੀਟਰ ਤਾਂ ਡੀਜ਼ਲ ਹੀ ਮਸੀਂ ਆਉਣਾ ਉਹਦੇ ਨਾਲ, ਤੇ 1500 ਰੁਪਈਆ ਤੇ ਬਹੁਤ ਘੱਟ ਹੈਗਾ। ਜੇ ਅਸੀਂ ਪੰਜਾਬ ਦੇ ਬਾਰੇ ਸੋਚਣਾ ਆ, ਪੰਜਾਬ ਦੇ ਵਾਟਰ ਲੈਵਲ ਬਾਰੇ ਸੋਚਣਾ ਤੇ 1500 ਰੁਪਈਆ ਤੇ ਬਹੁਤ ਘੱਟ ਆ। ਘੱਟੋ ਘੱਟ 10,000 ਰੁਪਈਆ ਪ੍ਰਤੀ ਕਿੱਲੇ ਦਾ ਜਿਹੜਾ ਆ ਕਿਸਾਨਾਂ ਨੂੰ ਦੇਣਾ ਚਾਹੀਦਾ ਸੀ ਸਰਕਾਰ ਨੂੰ, ਤਾਂ ਕਿਤੇ ਨਾ ਕਿਤੇ ਜਿਹੜੀ ਆ। ਔਰ ਦੂਜੀ ਗੱਲ ਨਾਲ 10,000 ਰੁਪਈਆ ਕਿੱਲੇ ਦਾ ਕਿਸਾਨਾਂ ਨੂੰ ਦੇਣ ਔਰ ਜਿੰਨੀਆਂ ਵੀ ਪੈਸਟੀਸਾਈਡ ਹਰਬੀਸਾਈਡ ਜਿੰਨੀਆਂ ਵੀ ਸਾਡੀਆਂ ਦੁਕਾਨਾਂ ਆ ਜੀ, ਖਾਦ ਸਟੋਰ ਆ, ਬੀਜ ਸਟੋਰ ਆ, ਔਰ ਉੱਥੇ ਉਹਨਾਂ ਤੇ ਨਕੇਲ ਪੂਰੀ ਕੱਸਣੀ ਚਾਹੀਦੀ ਆ। ਜਿਹੜੀਆਂ ਡੁਪਲੀਕੇਟ ਸਾਨੂੰ ਮਾਲ ਮਿਲਦਾ ਆ ਉਹ ਕਿਤੇ ਨਾ ਕਿਤੇ ਬਹੁਤ ਵੱਡਾ ਇਫੈਕਟ ਸਾਡੇ ਖੇਤੀ ਤੇ ਕਰਦੇ ਆ। ਹੋ ਸਕਦਾ ਕਿ ਸਿੱਧੀ ਬਿਜਾਈ ਕਾਮਯਾਬ ਹੋ ਜਾਂਦੀ ਪਰ ਉਹ ਡੁਪਲੀਕੇਟ ਦਵਾਈਆਂ ਨੇ ਜਿਹੜਾ ਸੱਤਿਆਨਾਸ਼ ਕਰਕੇ ਰੱਖ ਦਿੱਤਾ। ਉਹ ਕਿਤੇ ਨਾ ਕਿਤੇ ਅੱਜ ਲੋਕੀ ਉਹ ਸਿੱਧੀ ਬਿਜਾਈ ਤੋਂ ਵਾਪਸ ਪਿੱਛੇ ਨੂੰ ਮੁੜ ਕੇ ਆ ਗਏ ਜੀ। ਜੰਗਵੀਰ ਜੀ, ਜਿਵੇਂ ਤੁਸੀਂ ਦੱਸਿਆ ਕਿ ਕੱਦੂ ਕਰਨ ਤੇ ਵਾਪਸ ਆ ਗਏ ਨੇ, ਜਿਹੜੀਆਂ ਦਵਾਈਆਂ ਡੁਪਲੀਕੇਟ ਮੰਨ ਲਓ ਵੀ ਜੇ ਮਿਲਦੀਆਂ ਨੇ ਉਹ ਕੱਦੂ ਕਰਨ ਦੇ ਉੱਤੇ ਕਾਰਗਰ ਨੇ ਕਿ ਨਹੀਂ? ਨਹੀਂ, ਦੇਖੋ ਜਦੋਂ ਆਪਾਂ ਕੱਦੂ ਕਰ ਦਿੰਨੇ ਆ, ਝੋਨਾ ਲਗਾ ਦਿੰਨੇ ਆ ਜੀ, ਤੇ ਦਵਾਈ ਅੱਧਾ ਲੀਟਰ ਪਾਉਨੇ ਆ ਆਪਾਂ ਠੀਕ ਤੇ ਹੈ, ਪਾਣੀ ਖੜਾ ਰੱਖਦੇ ਆ, ਉਹਦੇ ਵਿੱਚੋਂ ਨਦੀਨ ਪੂਰਾ ਖਤਮ ਹੋ ਜਾਂਦਾ, ਮੁੜ ਕੇ ਪਾਣੀ ਖੜਾ ਰਹਿੰਦਾ ਝੋਨੇ ਦੇ ਵਿੱਚ ਤੇ ਨਦੀਨ ਜੰਮਦਾ ਨਹੀਂ, ਪੈਦਾਵਾਰ ਬਹੁਤ ਵਧੀਆ ਹੁੰਦੀ ਆ। ਉਹ ਤਾਂ ਸਾਨੂੰ ਦੂਜਾ ਇਹ ਫਰਕ ਪੈ ਜਾਂਦਾ ਜਿਸ ਤਰ੍ਹਾਂ ਸਾਡੇ ਜ਼ਿਆਦਾ ਇਲਾਕਾ ਸਾਡਾ ਗੰਨੇ ਦਾ ਆ, ਹੁਸ਼ਿਆਰਪੁਰ ਹੋ ਗਿਆ,
ਗੁਰਦਾਸਪੁਰ ਹੋ ਗਿਆ ਜੀ ਜਾਂ ਜਲੰਧਰ ਹੋ ਗਿਆ, ਕਾਫੀ ਸਾਡਾ ਗੰਨੇ ਦੀ ਪੈਦਾਵਾਰ ਜ਼ਿਆਦਾ ਵੱਧ ਲੱਗਦਾ ਹੈ ਜੀ। ਗੰਨਾ ਵੱਧ ਲੱਗਦਾ। ਜਦੋਂ ਅਸੀਂ 2-3 ਸਾਲ ਗੰਨਾ ਲਾ ਕੇ ਅਸੀਂ ਉਹਨੂੰ ਫਸਲ ਨੂੰ ਬਦਲਣਾ ਹੁੰਦਾ, ਕਿਉਂਕਿ ਸਰਕਾਰ ਕਹਿੰਦੀ ਸੀ ਬਦਲਾ ਲਿਆਓ, ਤੁਸੀਂ ਜੀ ਬਦਲਾ ਲਿਆਓ, ਤੇ ਬਦਲਾ ਅਸੀਂ ਇਹ ਲੈਣ ਦਾ ਸੀਗਾ, ਪਰ ਮਿੱਲਾਂ ਵੀ ਦੇਖੋ ਸਾਨੂੰ ਖਰਾਬ ਕਰ ਰਹੀਆਂ। ਉਹਦੇ ਵਾਸਤੇ ਪੈਸੇ ਲੈਣ ਵਾਸਤੇ ਵੀ ਧਰਨੇ ਲਾਉਣੇ ਪੈਂਦੇ ਆ, ਫਿਰ ਐਜੀਟੇਸ਼ਨ ਕਰਨੀ ਪੈਂਦੀ ਹੈ। ਚਲੋ ਉਹ ਮੈਟਰ ਹੈਗਾ ਵੱਖਰਾ, ਪਰ ਉਹ ਜਦੋਂ ਅਸੀਂ ਕੱਦੂ ਕਰਕੇ ਝੋਨਾ ਲਾਉਨੇ ਆ ਤਾਂ ਜ਼ਮੀਨ ਜਿਸ ਤਰ੍ਹਾਂ ਨਵੀਂ ਨਕੋਰ ਬਣ ਜਾਂਦੀ ਹੈ ਨਾ, ਦੁਬਾਰਾ ਉਹਦੇ ਵਿੱਚ ਪੂਰੇ ਤੱਤ ਆ ਜਾਂਦੇ ਆ। ਤੇ ਉਹ ਉਸ ਤੋਂ ਬਾਅਦ ਜਦੋਂ 1 ਸਾਲ ਅਸੀਂ ਝੋਨਾ ਲਾ ਕੇ ਕੱਦੂ ਕਰਨ ਤੋਂ ਬਾਅਦ ਅਸੀਂ ਗੰਨਾ ਲਾਉਨੇ ਆ, ਤੇ ਉਹਨੂੰ ਕੀਟਨਾਸ਼ਕ ਦਵਾਈਆਂ ਵੀ ਘੱਟ ਪੈਂਦੀਆਂ, ਉਹਨੂੰ ਖਾਦਾਂ ਵੀ ਘੱਟ ਪੈਂਦੀਆਂ, ਮਿਹਨਤ ਵੀ ਘੱਟ ਲੱਗਦੀ ਆ। ਕਿਤੇ ਨਾ ਕਿਤੇ ਫਸਲਾਂ ਦੇ ਵਿੱਚ ਜਦੋਂ ਅਸੀਂ ਬਦਲਾ ਕੇ ਫਸਲ ਬੀਜਦੇ ਆ ਨਾ, ਤੇ ਫਿਰ ਜਿਹੜਾ ਖੇਤੀ ਦਾ ਖਰਚ ਜਿਹੜਾ ਬਹੁਤ ਘੱਟ ਜਾਂਦਾ ਆ, ਤੇ ਪੈਦਾਵਾਰ ਜਿਹੜੀ ਆ ਕੱਦੂ ਵਾਲੇ ਝੋਨੇ ਦੀ ਜ਼ਿਆਦਾ ਹੁੰਦੀ ਆ। ਖਰਚ ਕੋਈ ਇੰਨਾ ਜ਼ਿਆਦਾ ਨਹੀਂ ਉਹਦੇ ਤੇ ਆਉਂਦਾ, ਖਰਚ ਤਕਰੀਬਨ ਇਹਦਾ ਤਾਂ ਉਹਦਾ ਬਰਾਬਰ ਹੀ ਆ। ਕਰਦੇ ਆ ਪ੍ਰਤੀ ਕਿੱਲੇ ਮਗਰ ਕਿੰਨਾ ਕੁ ਖਰਚ ਆ ਜਾਂਦਾ ਜੀ ਕੱਦੂ ਕਰਕੇ? ਕੋਈ ਖਾਸ ਖਰਚਾ ਨਹੀਂ ਜੀ ਆਉਂਦਾ। ਦੇਖੋ 5000 ਰੁਪਇਆ ਪ੍ਰਤੀ ਕਿੱਲੇ ਦਾ ਸਾਡਾ ਖਰਚਾ ਆ ਜਾਂਦਾ ਆ। ਉਹ ਸਾਰਾ ਹੀ ਵਿੱਚ ਬਾਹ ਬਹਾ ਕੇ ਇੰਨਾ ਕੁ ਆ ਜਾਂਦਾ ਆ, ਡੀਜ਼ਲ ਡੂਜ਼ਲ ਦਾ ਜਿਹੜਾ ਖਰਚਾ ਆ। ਬਾਕੀ ਖਰਚੇ ਤਾਂ ਅਸੀਂ ਕਿਸਾਨ ਗਿਣਦੇ ਹੀ ਨਹੀਂ ਜੀ। ਅਸੀਂ ਸਾਰੇ ਖਰਚੇ ਲੇਬਰਾਂ ਦੇ, ਘਰ ਦੇ ਖਰਚੇ ਗਿਣਨ ਲੱਗ ਪਈਏ, ਫਿਰ ਤਾਂ ਖੇਤੀ ਨਹੀਂ ਹੋਣੀ ਜੀ। ਅਸੀਂ ਤਾਂ ਬਸ ਮੋਟੇ ਸਾਡੇ ਕੋਲ ਝਟਕੇ ਸੌਦੇ ਆ ਵੀ ਬਸ ਬੀਜ ਦਿੱਤਾ ਤੇ ਵੱਢ ਲਿਆ ਤੇ ਚਲੋ ਠੀਕ ਆ ਜੀ। ਜੇ ਲੱਗ ਪਈ ਹੈ ਜੀ, ਅਸੀਂ ਮੰਨ ਲਈਏ ਵੀ ਜੇ ਸਿੱਧੀ ਬਿਜਾਈ ਹੁੰਦੀ ਹੈ ਤੇ ਫਿਰ ਕਿੰਨਾ ਕੁ ਖਰਚਾ ਆਉਂਦਾ ਜੀ? ਦੇਖੋ ਸਿੱਧੀ ਬਿਜਾਈ ਤੇ ਮੈਂ ਤੁਹਾਨੂੰ ਦੱਸਿਆ ਖਰਚਾ ਤੇ ਉੱਤੇ ਵੀ ਘੱਟ ਆ ਜੀ। ਖਰਚਾ ਤੇ ਉੱਤੇ ਕੋਈ ਖਾਸ ਨਹੀਂ ਹੈਗਾ। ਜੇਕਰ ਜਿਹੜੀਆਂ ਨਦੀਨਨਾਸ਼ਕ ਦਵਾਈਆਂ ਆ ਉਹ ਕਿਤੇ ਸਾਨੂੰ ਪਿਓਰ ਮਿਲ ਜਾਣ, ਸਾਨੂੰ ਜਿਸ ਤਰ੍ਹਾਂ ਆ ਖੇਤੀਬਾੜੀ ਅਫਸਰ ਬੈਠੇ ਹੋ ਆ, ਡਾਕਟਰ ਹੈਗੇ, ਉਹ ਤਾਂ ਉੱਥੇ ਦਫ਼ਤਰਾਂ 'ਚ ਹੀ ਬੈਠੇ ਰਹਿੰਦੇ ਆ, ਖੇਤਾਂ ਜਾ ਕੇ ਤਾਂ ਦੇਖਦੇ ਹੀ ਨਹੀਂਗੇ ਕਿ ਕਿਸਾਨ ਨੂੰ ਪ੍ਰੋਬਲਮ ਕੀ ਆ। ਮੰਨ ਲਓ ਮੈਂ ਸਿੱਧੀ ਬਿਜਾਈ ਕੀਤੀ ਆ, ਮੈਂ ਦੁਕਾਨ ਤੇ ਜਾਣਾ ਵੀ ਭਾਈ ਮੇਰੇ ਖੇਤ ਦੇ ਵਿੱਚ ਡੀਲਾ ਹੋ ਗਿਆ, ਮੇਰੇ ਵਿੱਚ ਖੇਤ ਦੇ ਵਿੱਚ ਜਿਹੜਾ ਆ ਹੋਰ ਕੋਈ ਪੱਠਾ ਹੋ ਗਿਆ। ਉਹ ਜਦੋਂ ਮੈਂ ਦੁਕਾਨਦਾਰ ਕੋਲ ਜਾਣਾ, ਇੱਕ ਚੀਜ਼ ਦੀ ਲੋੜ ਹੁੰਦੀ ਦਵਾਈ ਦੀ, 3 ਚੀਜ਼ਾਂ ਨਾਲ ਉਦਾਂ ਹੀ ਦੇ ਦਿੰਦਾ। ਇੱਕ ਤਾਂ ਉਹ ਬੋਝ ਬਹੁਤ ਜ਼ਿਆਦਾ ਵੱਧਦਾ, ਪਰ ਦੇਣੀਆਂ ਵੀ ਉਹਨੇ ਡੁਪਲੀਕੇਟ ਆ, ਫਿਰ ਓਰੀਜਨਲ ਨਹੀਂ ਦੇਣੀਆਂ। ਕਿਤੇ ਕਿਤੇ ਓਰੀਜਨਲ ਮਿਲ ਜਾਂਦੀਆਂ, ਕਦੋਂ ਰੱਬ ਸੁਆਬੀ, ਤਾਂ ਨਹੀਂ ਤਾਂ ਉਹ ਆਮ ਡੁਪਲੀਕੇਟ ਦਵਾਈਆਂ ਜਦੋਂ ਮਿਲਦੀਆਂ ਤਾਂ ਫਿਰ ਉਹ ਜਿਹੜਾ ਆ ਖਰਚਾ ਤਾਂ ਵੱਧਦਾ ਆ। ਜਦੋਂ ਦੇਖੋ ਇੱਕ ਵਾਰੀ ਵਾਹ ਕੇ ਫਸਲ ਬੀਜਣੀ ਪੈ ਜਾਂਦੀ ਆ, ਫਿਰ ਦੋਹਰਾ ਨੁਕਸਾਨ ਸਾਨੂੰ ਹੁੰਦਾ ਆ। ਜਦੋਂ ਆਪਾਂ ਕੱਦੂ ਕਰਕੇ ਬਿਜਾਈ ਕਰਦੇ ਆ, ਉਹਦੇ ਨਾਲ ਸਾਡਾ ਨੁਕਸਾਨ ਕੋਈ ਨਹੀਂ, ਸਾਨੂੰ ਪਤਾ ਹੈ ਝੋਨਾ ਹੋਣਾ ਹੀ ਹੋਣਾ ਆ ਜੀ। ਕੁਲਦੀਪ ਧਾਲੀਵਾਲ ਜੀ, ਕਿਵੇਂ ਦੇਖ ਰਹੇ ਹੋ ਜੀ? ਦੇਖੋ ਇਹ ਜਿਹੜੀ ਗੱਲ ਚੌਹਾਨ ਸਾਹਿਬ ਨੇ ਕਹੀ ਹੈ ਬਿਲਕੁਲ ਠੀਕ ਹੈ। ਇਹ ਤਾਂ ਸਰਕਾਰ ਨੇ ਸਿੱਧੀ ਬਿਜਾਈ ਦਾ ਜੋ 1500 ਗੱਲ ਕੀਤੀ ਹੈ, ਵੈਸੇ ਮੈਂ ਇਸ ਦਾ ਸਵਾਗਤ ਕਰਦਾ ਵੀ ਚਲੋ ਪਹਿਲ ਤਾਂ ਕੀਤੀ ਹੈ ਕਿ ਪਾਣੀ ਜਿਹੜਾ ਹੈਗਾ ਉਹ ਬਚੇ ਸਾਡਾ, ਪਰ ਉਹ ਇੱਕ ਸਾਰਥਕ ਪਹਿਲ ਦੇ ਨਾਲ ਨਾ ਕਾਫੀ ਹੈ। ਮਤਲਬ ਉਹ ਇਸ ਪਾਸੇ ਨੂੰ ਜਿਹੜਾ ਸਟੈਪ ਚੱਕਿਆ ਹੈਗਾ, ਠੀਕ ਹੈ ਇੱਕ ਸਾਰਥਕ ਪਹਿਲ ਹੈ, ਪਰ ਉਹ ਇੰਨਾ ਜ਼ਿਆਦਾ ਫਾਇਦਾ ਨਹੀਂ ਪਹੁੰਚਾ ਸਕਦਾ ਕਿ ਲੋਕ ਇਹਦੇ ਵੱਲ ਅਟਰੈਕਟ ਹੋਣ। ਮੈਂ ਇੱਕ ਗੱਲ ਇੱਥੇ ਰੱਖਣੀ ਚਾਹੁੰਦਾ ਕਿ ਜਿਹੜੀ ਡਾਇਵਰਸਿਫਿਕੇਸ਼ਨ ਦੀ ਗੱਲ ਵੀ ਕੀਤੀ ਹੈ ਚੌਹਾਨ ਸਾਹਿਬ ਨੇ, ਤਾਂ ਪੰਜਾਬ ਸਰਕਾਰ ਨੂੰ ਹਰਿਆਣੇ ਤੋਂ ਸੇਧ ਲੈਣੀ ਚਾਹੀਦੀ ਹੈ। ਉੱਥੇ ਜੇ ਕੋਈ ਡਾਇਵਰਸਿਫਿਕੇਸ਼ਨ ਕਰਦਾ ਹੈ ਤਾਂ ਉਹਦੇ ਤੇ 8000 ਰੁਪਇਆ ਪ੍ਰਤੀ ਏਕੜ ਜਿਹੜਾ ਹੈਗਾ ਕਿਸਾਨ ਨੂੰ ਵੈਸੇ ਹੀ ਮਿਲਦਾ। ਜੇ ਤੁਸੀਂ ਝੋਨਾ ਕਣਕ ਨਹੀਂ ਬੀਜਦੇ, ਉਹਦੀ ਬਜਾਏ ਜਿਹੜੀ ਹੈਗੀ ਆ ਹੋਰ ਫਸਲ ਬੀਜਦੇ ਹੋ, ਜਿਹੜੀ ਪੀਡੀਸੀ ਦੇ ਵਿੱਚ ਸਰਕਾਰ ਵੀ ਚੱਕਦੀ ਹੋਵੇ ਉਹ ਵੀ ਬੀਜਦੇ ਹੋ, ਤਾਂ ਵੀ ਜਿਹੜਾ ਹੈਗਾ 8000 ਰੁਪਇਆ ਡਾਇਵਰਸਿਫਿਕੇਸ਼ਨ ਦਾ ਮਿਲਦਾ। ਤਾਂ ਪੰਜਾਬ ਦੇ ਵਿੱਚ ਹਜੇ ਕੋਈ ਪਾਲਿਸੀ ਨਹੀਂ ਹੈ। ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ, ਸਾਡੇ ਕੋਲ ਅੱਜ ਕੋਈ ਨੁਮਾਇੰਦਾ ਨਹੀਂ ਹੈ ਸਰਕਾਰ ਦਾ, ਕਿ ਪਾਲਿਸੀ ਦੇ ਤਹਿਤ ਕੰਮ ਕਰਨ। ਸਿਰਫ ਖੁਸ਼ ਕਰਨਾ ਤੇ ਕਰਜ਼ਾ ਚੱਕ ਲੈਣਾ, ਇਹ ਸਰਕਾਰ ਦੀ ਨੀਤੀ ਚੱਲੀ ਜਾਂਦੀ ਹੈ। ਵੀ ਥੋੜੀ ਜਿਹੀ ਚੀਜ਼ ਕੋਈ ਐਲਾਨ ਕਰਕੇ, ਆ ਦੇਖੋ ਜੀ ਵੱਡਾ ਐਲਾਨ ਕਰਤਾ, ਤਾਂ ਅਗਲੇ ਦਿਨ ਪਤਾ ਲੱਗਦਾ 2000 ਕਰੋੜ ਦਾ ਕਰਜ਼ਾ ਸਰਕਾਰ ਨੇ ਹੋਰ ਚੱਕ ਲਿਆ ਉਹਦੀ ਆੜ। ਉਹ ਜਿਹੜੀ ਨੀਤੀ ਆ ਉਹਨੂੰ ਛੱਡ ਕੇ ਪਾਲਿਸੀ ਕੀ ਆ ਤੁਹਾਡੀ? ਹੁਣ ਡਾਇਵਰਸਿਫਿਕੇਸ਼ਨ ਦੀ ਪਾਲਿਸੀ ਕੀ ਹੈ? ਪਾਲਿਸੀ ਤਾਂ ਹੈ ਨਹੀਂ ਕੋਈ। ਜਿਹੜਾ ਕੁਝ ਵੀ ਕਿਸਾਨ ਬੀਜਦੇ ਆ ਪੰਜਾਬ ਦੇ, ਉਹ ਕੇਂਦਰ ਸਰਕਾਰ ਚੱਕਦੀ ਆ, ਪੰਜਾਬ ਸਰਕਾਰ ਕੋਲ ਤਾਂ ਕੁਝ ਨਹੀਂ ਉਹਦੇ ਚ ਜੀ। ਨਾ ਤਾਂ ਇਹ ਕੋਈ ਐਕਸਪੋਰਟ ਕਰਨ ਦੀ ਪਾਲਿਸੀ ਬਣਾ ਸਕਦੇ ਆ, ਨਾ ਹੀ ਇਹਨਾਂ ਨੇ ਕੋਆਪਰੇਟਿਵ ਦੀ ਬਣਾਈ ਹੈ। ਅਸੀਂ ਕੋਆਪਰੇਟਿਵ ਦੀ ਪਾਲਿਸੀ ਲੈ ਕੇ ਆਏ ਸੀ, ਉਹਨੂੰ ਇਹਨਾਂ ਨੇ ਕਾਰਪੋਰੇਟ ਕਹਿ ਕੇ ਬਦਨਾਮ ਕਰਤਾ। 10000 FPO ਬਣਾਉਣ ਦੀ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਉਣ ਦੀ ਸਾਡੀ ਸਰਕਾਰ ਜਿਹੜਾ ਹੈਗਾ ਕੇਂਦਰ ਸਰਕਾਰ ਲੈ ਕੇ ਆਈ ਹੈ। ਪੰਜਾਬ 'ਚ ਮੈਨੂੰ ਤੁਸੀਂ ਇੱਕ ਵੀ FPO ਦਿਖਾ ਦਿਓ ਜੇ ਕੋਈ ਬਣਿਆ ਤਾਂ ਜੀ। ਪ੍ਰਾਈਵੇਟ ਕੋਆਪਰੇਟਿਵ ਬਣਾ ਕੇ ਡਾਇਵਰਸਿਫਿਕੇਸ਼ਨ ਦੀ ਨੀਤੀ ਬਣਾ ਕੇ ਬੈਠੇ। ਡਿਟੇਲ 'ਚ ਥੋੜੀ ਜਾਣਕਾਰੀ ਦਿਓ ਜੀ, ਦਰਸ਼ਕ ਜਾਨਣਾ ਚਾਹੁੰਦੇ ਨੇ। ਬਿਲਕੁਲ, ਮੈਂ ਗੁਰਪ੍ਰੀਤ ਜੀ ਇਸ ਬਾਰੇ ਦੱਸਣਾ ਚਾਹਣਾ। ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ, ਉਹ 300 ਕਿਸਾਨਾਂ ਦਾ ਸਮੂਹ, ਜਿਵੇਂ ਆਪਾਂ ਹੁਣ ਅਡਾਨੀ ਦੀ ਗੱਲ ਕਰਦੇ ਆ, ਅਡਾਨੀ ਕੁਝ ਨਹੀਂ ਹੈਗਾ, ਕੋਆਪਰੇਟਿਵ ਕਿਸਾਨਾਂ ਦਾ ਸਮੂਹ ਹੈ।
ਤੇ ਉਵੇਂ ਅਸੀਂ ਆਪਦੀ ਕੋਆਪਰੇਟਿਵ ਪਿੰਡ ਪੱਧਰ ਤੇ ਬਣਾ ਸਕਦੇ ਹਾਂ। ਉਹ ਬਣਾ ਕੇ 2 ਕਰੋੜ ਰੁਪਏ ਤੱਕ ਦਾ ਗਰੰਟੀ ਹੈ ਉਹਨੂੰ, ਪੈਕੇਜਿੰਗ ਦੀ, ਪ੍ਰੋਸੈਸਿੰਗ ਦੀ, ਉਹ ਪ੍ਰਧਾਨ ਮੰਤਰੀ ਦਿੰਦੇ ਆ। 3% ਦਾ ਵਿਆਜ ਉਹਦੇ ਤੇ ਜਿਹੜਾ ਹੈਗਾ ਮਾਫ ਹੁੰਦਾ ਹੈ। ਉਹ ਐਫਪੀਓ ਬਣਾਉਣ ਵਾਸਤੇ 5-6 ਲੱਖ ਰੁਪਇਆ ਸਾਲਾਨਾ ਸਾਨੂੰ ਸਮੂਹ ਨੂੰ ਮਿਲਦਾ ਕਿ ਅਸੀਂ ਦਫ਼ਤਰ ਬਣਾ ਸਕੀਏ, ਅਸੀਂ ਲੋਕਾਂ 'ਚ ਜਾ ਸਕੀਏ। ਫਿਰ ਉਹ ਫਸਲ ਨੂੰ ਕਿਵੇਂ ਅਸੀਂ ਅੱਗੇ ਇਕੱਠੇ ਹੋ ਕੇ ਕਰਨਾ, ਉਹ ਬੜਾ ਪੂਰਾ ਪ੍ਰੋਸੈਸ ਹੈ, ਪਰ ਉਹ ਲਾਂਚ ਹੀ ਨਹੀਂ ਹੋਇਆ। ਇੱਥੇ ਤਾਂ ਫਸਲ ਬੀਮਾ ਯੋਜਨਾ ਨਹੀਂ ਹੈਗੀ ਪੰਜਾਬ ਦੇ ਵਿੱਚ, ਸੋਇਲ ਹੈਲਥ ਕਾਰਡ ਨਹੀਂ ਹੈਗਾ। ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਸਾਰੀਆਂ ਚੀਜ਼ਾਂ ਪੰਜਾਬ ਸਰਕਾਰ ਨੂੰ ਕੇਂਦਰ ਨਾਲ ਮਿਲ ਕੇ ਇੱਕ ਪਾਲਿਸੀ ਘੜਨੀ ਚਾਹੀਦੀ ਹੈ। ਉਹ ਪਾਲਿਸੀ ਜੇ ਤਾਂ ਠੀਕ ਹੈ, ਜਿਹੜਾ ਆਪਾਂ ਕਹਿੰਦੇ 1500, ਮੈਂ ਚੌਹਾਨ ਸਾਹਿਬ ਨਾਲ ਸਹਿਮਤ ਹਾਂ, 15 ਲੀਟਰ ਡੀਜ਼ਲ ਆਉਣਾ ਉਹਦੇ ਨਾਲ ਤਾਂ ਸਿਰਫ, ਉਹ ਤਾਂ ਇੱਕ ਦਿਨ ਚ ਲੱਗ ਜਾਣਾ, ਤੇ ਉਹਦੇ ਨਾਲ ਕੀ ਫਰਕ ਪੈਣਾ, ਜੱਟ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ। ਪਰ ਇੱਕ ਸਾਰਥਕ ਪਹਿਲ ਹੈ, ਇਸ ਗੱਲ ਦਾ ਮੈਂ ਸਵਾਗਤ ਜ਼ਰੂਰ ਕਰਦਾ ਜੀ। ਪ੍ਰਦੀਪ ਮਾਨ ਜੀ, ਕਿਵੇਂ ਦੇਖ ਰਹੇ ਹੋ ਜੀ ਇਸ ਨੂੰ? 1500 ਰੁਪਏ ਪ੍ਰਤੀ ਏਕੜ। ਦੇਖੋ, ਮੈਂ ਆਪਣੇ ਐਸਕੇਐਮ ਦੇ ਜਿਹੜੇ ਸਾਡੇ ਨੁਮਾਇੰਦੇ ਆਏ ਨੇ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਆ ਕਿ 1500 ਰੁਪਏ ਨਾਲ ਤਾਂ ਕਿਸਾਨ ਦਾ ਹੱਲ ਹੋਣਾ ਨਹੀਂ। ਸਿੱਧੀ ਬਿਜਾਈ ਤੇ ਕੱਦੂ ਕਰਨ ਦੀ ਬਿਜਾਈ ਦੇ ਵਿੱਚ ਫਰਕ ਆ। ਠੀਕ ਹੈ ਜੀ, ਲਾਈਟ ਘੱਟ ਆ। ਆਪਣੇ ਨਾਲ ਹੀ ਮੇਰੇ ਖੇਤ ਦੇ, ਤੁਹਾਨੂੰ ਖੇਤ 'ਚ ਮੈਂ ਹੁਣ ਦਿਖਾ ਦਿੰਦਾ, ਪਾਣੀ ਲੱਗਿਆ ਹੋਇਆ, ਘਾਹ ਵੀ ਹੋਇਆ ਹੋਇਆ, ਨਹੀਂ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਲਾਈਵ। ਇਹਦੇ ਨਾਲ ਕੀ ਹੁੰਦਾ, ਜਦੋਂ ਆਪਾਂ ਕੱਦੂ ਕਰਕੇ ਕਰਨਾ ਹੁੰਦਾ, ਪਹਿਲਾਂ ਪ੍ਰੋਸੈਸ ਇਹੀ ਉਹਨਾਂ ਨੇ ਦੱਸਤਾ, ਮੈਂ ਐਡ ਆਨ ਕਰ ਦਿੰਦਾ। ਪਹਿਲਾਂ ਖੇਤ ਵਾਹੁਣਾ ਪੈਂਦਾ, ਫਿਰ ਉਹਦੇ 'ਚ ਆਪਾਂ ਪਾਣੀ ਛੱਡਦੇ ਹਾਂ ਥੋੜੀ ਦੇਰ, ਫਿਰ ਖੇਤ ਸੁੱਕ ਜਾਂਦਾ। ਫਿਰ ਆਪਾਂ ਉਹਨੂੰ ਕੀ ਹੈ, ਕਲਟੀਵੇਟਰ ਨਾਲ ਤਵੀਆਂ ਚਲਾਈਆਂ ਜਾਂਦੀਆਂ ਖੇਤ ਦੇ ਵਿੱਚ। ਫਿਰ ਉਹ ਤੋਂ ਬਾਅਦ ਪਾਣੀ ਛੱਡ ਕੇ ਪੂਰਾ ਲਗਾਤਾਰ ਉਹਦੇ ਤੇ ਆਪਾਂ ਸੁਹਾਗਾ ਫੇਰ ਕੇ ਬੈੱਡ ਤਿਆਰ ਕਰਦੇ ਹਾਂ। ਉਹ ਬੈੱਡ ਤਿਆਰ ਕਰਨ ਨਾਲ ਕੀ ਹੁੰਦਾ ਹੈ ਗੁਰਪ੍ਰੀਤ ਜੀ, ਜਿਹੜੇ ਥੱਲੇ ਘਾਹ ਫੂਸ ਹੁੰਦਾ, ਜਾਂ ਜਦੋਂ ਆਪਾਂ ਕੰਬਾਈਨ ਨਾਲ ਜਦੋਂ ਕਣਕ ਵਾਢੀ ਕਰਦੇ ਹਾਂ ਨਾ, ਕਣਕ ਦਾ ਜਿਹੜਾ ਦਾਣਾ ਹੁੰਦਾ, ਉਹ ਦਾਣਾ ਖਿੰਡ ਕੇ ਖੇਤ 'ਚ ਰਹਿ ਜਾਂਦਾ। ਠੀਕ ਹੈ ਜੀ, ਤਾਂ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਆਉਣ ਵਾਲੀ ਹੁੰਦੀ ਹੈ, ਚੌਹਾਨ ਸਾਹਿਬ ਮੇਰੀ ਗੱਲ ਨਾਲ ਸਹਿਮਤ ਹੋਣਗੇ, ਕਿ ਜਦ ਆਇਡੈਂਟੀਫਾਈ ਕਰਨਾ ਔਖਾ ਹੋ ਜਾਊਗਾ ਸਿੱਧੀ ਬਿਜਾਈ ਦੇ ਵਿੱਚ ਕਿ ਹਾਂਜੀ ਕਣਕ ਦਾ ਦਾਣਾ ਉੱਗਿਆ ਜਾਂ ਜੀਰੀ ਦਾ ਉੱਗਿਆ। ਉਹ ਜਦੋਂ ਕਣਕ ਦਾ ਦਾਣਾ ਉੱਗਦਾ ਤਾਂ ਜਦੋਂ ਤਿਆਰ ਹੁੰਦਾ ਤਾਂ ਪੀਲਾ ਪੈਂਦਾ। ਉਹ ਜਦੋਂ ਆਪਾਂ ਸਭ ਨੂੰ ਪਤਾ ਜੀਰੀ ਬੀਜਦੇ ਨਾ, ਜੀਰੀ ਦਾ ਬੂਟਾ ਸੁੱਕਦਾ, ਜੀਰੀ ਦਾ ਬੂਟਾ ਜਦੋਂ ਆਪਾਂ ਪੀਲੀ ਬੂਟਾ ਸੁੱਕਣ ਤੋਂ ਬਾਅਦ, ਹਾਂ ਬਿਲਕੁਲ ਉਸ ਤੋਂ ਬਾਅਦ ਹਰਾ ਹੁੰਦਾ ਬੂਟਾ। ਤਾਂ ਉਹਦੇ ਵਿੱਚ ਉਹ ਬਿਲਕੁਲ ਮੈਂ ਉਹਨਾਂ ਨਾਲ ਗੱਲ ਨਾਲ ਸਹਿਮਤ ਹਾਂ ਕਿ ਆਪਾਂ ਨੂੰ ਜਿਹੜੀਆਂ ਪੈਸਟੀਸਾਈਡਸ ਦੀ ਵੀ ਲੋੜ ਪੈਗੀ, ਆਇਡੈਂਟੀਫਾਈ ਕਰਨਾ ਔਖਾ ਹੋ ਜਾਏਗਾ ਸਰਕਾਰ ਨੂੰ। ਇਹ ਸਰਕਾਰ ਨੇ 15 ਜਿਵੇਂ ਤੁਸੀਂ ਦੱਸ ਰਹੇ ਹੋ, ਫਿਰ ਕੱਦੂ ਦਾ ਉਹਦੇ 'ਚ ਵੀ ਇੱਕ ਵਾਰੀ ਕਰਨਾ ਪਵੇਗਾ। ਦੇਖੋ, ਉਹਦੇ 'ਚ ਇੱਕ ਵਾਰ ਪਾਣੀ, ਉਹ ਕਹਿੰਦੇ ਸਿੱਧਾ ਤੁਸੀਂ ਟਰੈਕਟਰ ਬਾੜੋ ਆਪਣਾ, ਠੀਕ ਹੈ ਜੀ, ਖੇਤ ਨੂੰ ਬਾਹੋ, ਬੀਜ ਗੇਰ ਤੋਂ ਉੱਪਰ ਪਾਣੀ ਲਾ ਦਿਓ। ਠੀਕ ਹੈ ਜੀ, ਮੰਨ ਲਓ ਜੇ ਬੀਜ ਉਹਦੇ 'ਚ ਨਹੀਂ ਉੱਗਦੀ, ਉਹਦੀ ਫਸਲ ਦੁਬਾਰਾ ਵਾਹ ਕੇ, ਹਾਂ ਇੱਕ ਵਾਰ ਵਾਹਣਾ ਤਾਂ ਪਏਗਾ ਨਾ ਜੀ ਖੇਤ। ਹੁਣ ਕਣਕ ਆਪਾਂ ਵਾਹ ਕੇ ਖੇਤ ਛੱਡਾਂਗੇ, ਦੁਬਾਰਾ ਵਾਹ ਕੇ ਪਾਣੀ ਲਾ ਦਿਓ। ਉਸ 'ਚ ਕੀ ਹੈ, ਜਿਹੜਾ ਪੁਰਾਣਾ ਦਾਣਾ ਕੱਖ ਵੀ ਉੱਗੂਗਾ, ਉਹ ਸ਼ੋ ਵੀ ਉੱਗੂਗਾ। ਇੱਕ ਇਸ 'ਚ ਹੋਰ ਵੀ ਹੈ, ਇਸ 'ਚ ਚੌਹਾਨ ਸਾਹਿਬ ਨੂੰ ਤਾਂ ਪਤਾ ਹੋਏਗਾ, ਸਾਰੇ ਆਪਾਂ ਕਿਸਾਨੀ ਨਾਲ ਜੁੜੇ ਆ, ਜੇ ਝਾੜ ਵੀ ਘੱਟ ਆਏਗਾ। ਕੱਦੂ ਕਰਕੇ ਤੁਸੀਂ ਝਾੜ ਕਰੋਗੇ ਤਾਂ ਤੁਹਾਡਾ 40 ਤੋਂ 45 ਕੁਇੰਟਲ ਨਿਕਲਦਾ, ਇਹਦੇ 'ਚ ਕਰੋਗੇ ਤਾਂ ਤੁਹਾਡਾ ਝਾੜ 30-35 ਤੇ ਰਹਿ ਜਾਊਗਾ। ਤਾਂ 20 ਕੁਇੰਟਲ ਦਾ ਜੇ ਝਾੜ ਘਟ ਗਿਆ ਤਾਂ 20 ਕੁਇੰਟਲ ਦਾ ਸਿੱਧਾ ਹਿਸਾਬ ਲਾ ਲਓ ਵੀ ਕਿਸਾਨ ਦੀ ਪਿਛਲੀ ਵਾਰ 1980 ਰੁਪਏ ਰੇਟ ਨਿਕਲਿਆ ਸੀ ਆਪਣਾ, 2000 ਮੋਟਾ ਲਾ ਲਓ, ਤੁਸੀਂ 2000 ਨੂੰ ਲਾਓਗੇ ਤਾਂ 30, ਜੇ 20 ਕੁਇੰਟਲ ਦਾ ਸੀਗਾ ਸਿੱਧਾ ਕਿਸਾਨ 40,000 ਰੁਪਏ ਦਾ ਉਹ ਘੱਟ ਜਾਊ ਜੀ। ਇੱਕ ਕਿੱਲੇ ਪਿੱਛੇ ਉਹ ਕਿੱਥੋਂ ਪੂਰਾ ਕਰੂ? 1500 ਰੁਪਏ ਨਾਲ ਉਹਦਾ ਕੀ ਹੋ ਜੂ? ਉਸ ਤੋਂ ਬਾਅਦ ਹੁਣ ਦਵਾਈਆਂ ਵੀ ਪਾਉਣੀਆਂ ਪੈਣਗੀਆਂ। ਉਸ ਤੋਂ ਬਾਅਦ ਮੰਨ ਲਓ ਹੋਰ ਬਾੜੀਆਂ ਇਹ ਚੀਜ਼ਾਂ ਨੇ, ਜਦੋਂ ਬੈੱਡ ਤਿਆਰ ਹੋ ਜਾਂਦਾ, ਨੀਚੇ ਪਾਣੀ ਰਹਿੰਦਾ ਆ, ਜਿਹੜਾ ਕੱਖ ਹੁੰਦਾ ਉਹ ਆਪਣੇ ਆਪ ਮਰ ਜਾਂਦਾ। ਤਾਂ ਜਿਵੇਂ ਗੁੱਲੀ ਡੰਡਾ ਆਉਂਦਾ ਕਣਕ ਦੇ ਵਿੱਚ, ਐਵੇਂ ਜੀਰੀ ਦੇ ਵਿੱਚ ਵੀ ਕੁਛ ਨਾ ਕੁਛ ਹੈ। ਫਿਰ ਤੁਹਾਨੂੰ ਲੇਬਰ ਲੈਣੀ ਪਊ ਪਿੰਡਾਂ ਚੋਂ, ਉਹ ਤੁਹਾਡਾ ਜੀਰੀ ਦੇ ਵਿੱਚ ਘਾਹ ਫੂਸ ਕੱਟੋਗੇ, ਉਹ ਲੇਬਰ ਦੀ ਵੀ ਕੋਸਟ ਪੈਣੀ ਹੈ। ਜਿਵੇਂ ਭਾਈ ਸਾਹਿਬ ਨੇ ਦੱਸਿਆ ਹੈ ਕਿ ਬਿਲਕੁਲ ਸਹੀ ਗੱਲ ਹੈ ਕਿ ਜ਼ਿਮੀਦਾਰ ਮੋਟਾ ਹਿਸਾਬ ਲਾਉਂਦਾ, ਜੇ ਛੋਟੀਆਂ ਬਾਣੀਆਂ ਵਾਂਗੂ ਕਾਪੀਆਂ ਲਿਖਣ ਲੱਗ ਜਾਈਏ ਫਿਰ ਤਾਂ ਆਪਾਂ ਪੂਰਾ ਹਿਸਾਬ ਨਾਲ ਲੈ ਜਾਵਾਂਗੇ, ਫਿਰ ਤਾਂ ਆਪਾਂ ਘਾਟੇ 'ਚ ਹੀ ਆਵਾਂਗੇ। ਠੀਕ ਨੀ ਜੀ, ਗੱਲ ਇਹ ਆ ਵੀ ਸਿੱਧੀ ਸਰਕਾਰ ਨੇ ਠੀਕ ਹੈ ਚੰਗਾ ਉਪਰਾਲਾ ਕੀਤਾ ਪਾਣੀ ਬਚਾਉਣ ਦਾ। ਜੇ ਉਪਰਾਲਾ ਆਪਾਂ ਕਰਨਾ ਹੀ ਸੀ, ਉਪਰਾਲਾ ਕਰੋ ਤਾਂ ਕਿਸਾਨ ਨੂੰ ਕਮ ਸੇ ਕਮ ਉਹਦੀ ਜਦੋਂ ਇਨੀਸ਼ੀਅਲ ਸਟੇਜ ਹੈ, ਆਪਾਂ ਨਵਾਂ ਕੋਈ ਸਟੈਪ ਚੱਕਣ ਚੱਲੇ ਆ, ਤਾਂ ਘੱਟੋ ਘੱਟ ਉਹਨੂੰ 5 ਤੋਂ 10,000 ਰੁਪਇਆ ਕਿੱਲਾ ਦਿਓ। ਤਾਂ ਕੋਈ ਡਿਵਰਸੀਫਿਕੇਸ਼ਨ ਜੇ ਲਿਆਉਣੀ ਵੀ ਹੈ ਤਾਂ ਕਲਸਟਰ ਬੇਸ ਜਿਹੜੀ ਹੈ, ਜਿੱਥੇ ਕਲਸਟਰ ਬੇਸ ਐਗਰੀਕਲਚਰ ਵੱਲ ਧਿਆਨ ਦਿਓ। ਮੰਨ ਲਓ ਜਿੱਥੇ ਨਰਮਾ ਹੁੰਦਾ ਉੱਥੇ ਨਰਮੇ ਵੱਲ ਧਿਆਨ ਦਿਓ। ਕਈ ਜ਼ਮੀਨਾਂ ਆਲੂ ਲਈ ਵਧੀਆ ਨੇ, ਕਈ ਜਗ੍ਹਾ ਤੇ ਗੰਨਾ ਹੁੰਦਾ, ਇੱਕ ਹੁੰਦਾ, ਕਈ ਜਗ੍ਹਾ ਤੇ ਮੱਕੀ ਹੁੰਦੀ ਆ। ਹੁਣ ਲਾਈਟ ਦਾ ਬੁਰਾ ਹਾਲ ਹੈ, ਜੇ ਜ਼ਿਮੀਦਾਰ ਨੂੰ ਲਾਈਟ ਨਾ ਪ੍ਰੋਵਾਈਡ ਕੀਤੀ, ਜਿਹੜਾ ਸੰਕਟ ਆਇਆ ਹੋਇਆ, ਤਾਂ ਇੱਕ ਕਿੱਲੇ ਤੇ 5000 ਰੁਪਇਆ ਖਰਚਾ ਆਉਣਾ ਜ਼ਿਮੀਦਾਰ ਦਾ। ਜੇ ਸਿੱਧਾ ਟਰੈਕਟਰ ਲਾ ਕੇ ਗੁਰਪ੍ਰੀਤ ਜੀ ਖੇਤ ਭਰਨ ਲੱਗ ਜਾਓ ਤਾਂ ਮੱਕੀ ਬੀਜਣੀ ਤਾਂ 10 ਘੰਟੇ ਪਾਣੀ ਲੱਗਦਾ ਖੇਤ ਨੂੰ। 10 ਘੰਟੇ ਦਾ ਮਤਲਬ 1 ਘੰਟੇ ਦੇ ਵਿੱਚ 10 ਤੋਂ 11 ਲੀਟਰ ਡੀਜ਼ਲ ਫੂਕਦਾ। ਜੇ ਕੋਈ ਜ਼ਿਮੀਦਾਰ ਨਾਲ ਜੁੜਿਆ ਹੋਊਗਾ, ਕਿਉਂਕਿ ਆਪਣਾ ਪਰਿਵਾਰ ਜ਼ਿਮੀਦਾਰ ਪਰਿਵਾਰ, ਅਸੀਂ ਖੁਦ ਖੇਤੀ ਕਰਦੇ ਹਾਂ, ਤਾਂ 10 ਤੋਂ 11 ਲੀਟਰ ਘੰਟੇ ਤੇਲ ਫੂਕਦਾ। 10 ਘੰਟੇ ਚਲਾਉਣਾ ਪੈ ਗਿਆ ਤਾਂ ਤੁਸੀਂ ਸਿੱਧਾ ਲਾ ਲਓ ਵੀ 100 ਲੀਟਰ ਗਿਆ।
ਤਾਂ 10,000 ਰੁਪਏ ਦਾ ਤੇਲ ਗਿਆ, 100 ਰੁਪਏ ਲੀਟਰ ਹੈ, 10,000 ਰੁਪਏ ਦਾ ਉਹਦਾ ਸ਼ਾਮ ਨੂੰ ਖਰਚਾ ਹੋ ਜਾਣਾ। ਹਲੇ ਦਵਾਈਆਂ ਦਾ ਲਹਿਦਾ ਪਿਆ ਖਰਚਾ, ਜੇ ਦੁਬਾਰਾ ਬਾਹ ਕੇ ਪੈਣਾ ਪੈ ਗਿਆ। ਬਹੁਤ ਵਾਰ ਹੁੰਦਾ ਪੌਂਦ ਵੀ ਨਹੀਂ ਹੁੰਦੀ, ਪੌਂਦ ਆਪਾਂ ਲਾਉਣੇ ਆ, ਪੌਂਦ ਨੂੰ ਦੁਬਾਰਾ ਪੁੱਟ ਕੇ ਲਾਉਣਾ ਪੈਂਦਾ। ਜਿਵੇਂ ਬਹੁਤ ਸਾਰੇ ਘਾਟੇ ਵਾਧੇ ਖੇਤੀ ਦੇ, ਘਾਟੇ ਵਾਧੇ ਖੇਤੀਬਾੜੀ ਦੇ, ਘਾਟੇ ਖੇਤੀ ਚੋਂ ਹੀ ਪੂਰੇ ਹੁੰਦੇ ਨੇ। ਪਰ ਮੇਰੀ ਬੇਨਤੀ ਹੈ ਮਾਨ ਸਾਹਿਬ ਨੂੰ, ਮਾਨ ਸਰਕਾਰ ਨੂੰ, ਕਿ ਕਿਸਾਨੀ ਨੂੰ ਆਪਾਂ ਨੇ ਤਗੜਾ ਕਰਨਾ। ਆਪਣਾ ਜਿਹੜਾ ਪੰਜਾਬ ਸੂਬਾ ਉਹ ਕਿਸਾਨੀ ਨਾਲ ਜੁੜਿਆ ਹੋਇਆ। ਸੋਰਸ ਆਫ ਇਨਕਮ ਕਿਸਾਨਾਂ ਦੀ ਘੱਟੋ ਘੱਟ ਵੀ ਮੋਟਾ ਮੋਟਾ ਪੂਰੇ ਇੰਡੀਆ ਦੇ ਵਿੱਚ ਗੁਰਪ੍ਰੀਤ ਜੀ 15 ਕਰੋੜ ਕਿਸਾਨ ਹੈ ਪੂਰੇ ਇੰਡੀਆ 'ਚ। ਜੇ ਪੰਜਾਬ ਦੀ ਗੱਲ ਵੀ ਕਰੋਗੇ ਤੁਸੀਂ ਤਾਂ ਪੰਜਾਬ ਦੇ ਵਿੱਚ 20 ਆਪਣਾ ਜੇ 3 ਕਰੋੜ ਦੀ ਆਬਾਦੀ ਹੈ ਤਾਂ ਮੋਟੇ ਮੋਟੇ 25 ਤੋਂ 30 ਲੱਖ ਜਿਹੜਾ ਪਰਿਵਾਰ ਆ ਉਹ ਕਿਸਾਨੀ ਨਾਲ ਜੁੜਿਆ ਹੋਇਆ ਜੀ। ਠੀਕ ਨੀ, ਇੱਕ ਪਰਿਵਾਰ 'ਚ ਮੈਂਬਰ ਲਾਈਏ ਤਾਂ ਸਭ ਨੂੰ ਪਤਾ ਕਿ 250 ਲੱਖ ਹੈਕਟੇਅਰ ਹੈ ਜਿਹੜੀ ਉਹਦੇ ਵਿੱਚ ਸਬਜ਼ੀ ਬੀਜਦੇ ਆ ਆਪਾਂ, ਕਈਆਂ 'ਚ ਆਪਾਂ ਮੱਕੀ ਬੀਜਦੇ ਆ। ਠੀਕ ਹੈ ਜੀ, ਉਹਦੇ 'ਚ 25 ਲੱਖ, ਉਹਦੇ 2.5 ਲੱਖ ਸੌਰੀ ਮੱਕੀ, 25 ਲੱਖ ਜਿਹੜੇ ਸਬਜ਼ੀਆਂ ਬੀਜਦੇ ਆ, ਕਣਕ ਬੀਜੀ ਜਾਂਦੀ ਹੈ। ਕਣਕ ਦੀ ਪੈਦਾਵਾਰ 100 ਲੱਖ ਹੈਕਟੇਅਰ ਟਨਾਂ ਦੇ ਜਿਹੜੀ ਉਹਦੀ ਜ਼ਮੀਨ ਦੀ ਉਹਦੀ ਆ ਉਹਦੇ 'ਚ ਬੀਜੀ ਜਾਂਦੀ ਆ। ਤਾਂ ਕਿਸਾਨ ਨੂੰ ਇਹਦੇ ਨਾਲ ਘਾਟਾ ਹੋਊਗਾ, ਸਿੱਧਾ ਸਿੱਧਾ ਉਹ ਲਾਸ 'ਚ ਆਊਗਾ। ਠੀਕ ਹੈ, ਇਹੀ ਮੇਰੀ ਬੇਨਤੀ ਜੀ। ਝਿੰਜਰ ਸਾਹਿਬ, ਸਰਬਜੀਤ ਝਿੰਜਰ ਜੀ, ਕਿਵੇਂ ਦੇਖਦੇ ਹੋ ਜੀ ਇਸ ਮਸਲੇ ਨੂੰ? ਦੇਖੋ ਗੁਰਪ੍ਰੀਤ ਜੀ, ਜਿਹੜਾ ਇਹ ਮਸਲਾ ਨਾ ਪੰਜਾਬ ਸਰਕਾਰ ਨੇ 1500 ਰੁਪਇਆ 1 ਏਕੜ ਦਾ ਐਲਾਨ ਕੀਤਾ ਕਿ ਜੇ ਕੋਈ ਸਿੱਧੀ ਕਿਸਾਨ ਬਿਜਾਈ ਕਰਦਾ ਹੈ ਝੋਨੇ ਦੀ ਤਾਂ ਅਸੀਂ ਉਹਨੂੰ 1500 ਰੁਪਏ ਦੇਵਾਂਗੇ ਜੀ। ਮੈਂ ਥੋੜੀ ਜੀ ਇੱਕ ਗੱਲ ਜ਼ਰੂਰ ਗੁਰਪ੍ਰੀਤ ਜੀ ਇਹ ਗੱਲ ਦੱਸਣੀ ਚਾਹੁੰਦਾ ਹਾਂ ਕਿ ਜਿਹੜੀ ਇਸ ਸਮੇਂ ਪੰਜਾਬ ਦੇ ਵਿੱਚ ਸਰਕਾਰ ਆ ਨਾ, ਬਹੁਤ ਤੇਜ਼ ਸਰਕਾਰ, ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨਾਲੋਂ ਬੜੀ ਤੇਜ਼ ਸ਼ਾਰਪ ਤੇ ਇਹ ਸਰਕਾਰ ਬਣ ਕੇ ਆਈ ਹੈ। ਉਹਨਾਂ ਨੂੰ ਗੱਲ ਜਿਹੜੀ ਆਪਣੀ ਜਚਾਉਣੀ ਤੇ ਗੱਲ ਦਾ ਮਾਰਕੀਟਿੰਗ ਕਰਨੀ ਬੜੀ ਵਧੀਆ ਤਰੀਕੇ ਨਾਲ ਆਉਂਦੀ ਆ। ਉਹਨਾਂ ਨੇ ਇਹ ਗੱਲ ਤਾਂ ਬੜੀ ਵੱਡੇ ਪੱਧਰ ਤੇ ਜਤਾਤੀ ਕਿ ਦੇਖੋ ਜੀ ਅਸੀਂ 1500 ਰੁਪਇਆ ਦੇ ਰਹੇ ਹਾਂ 1 ਏਕੜ ਮਗਰ ਜੇ ਕੋਈ ਸਿੱਧੀ ਕਿਸਾਨ ਕਰਦਾ ਹੈ, ਕਿਉਂਕਿ ਇਹਨਾਂ ਦੀ ਜਿਹੜੀ ਪਾਲਿਸੀ ਬਣ ਕੇ ਆਉਂਦੀ ਹੈ ਦਿੱਲੀ ਤੋਂ। ਦਿੱਲੀ ਕਿੰਨੀ ਕੁ ਖੇਤੀ ਹੁੰਦੀ ਹੈ? ਬਹੁਤ ਥੋੜੀ ਖੇਤੀ ਹੁੰਦੀ ਆ ਤੇ ਨਾ ਮਾਤਰ ਦੇ ਕਰੀਏ ਜੇ ਪੰਜਾਬ ਦੇ ਮੁਕਾਬਲੇ ਕਰੀਏ। ਦੇਖੋ 1500 ਰੁਪਏ ਗੱਲ ਸਿੱਧੀ ਬਿਜਾਈ ਗੱਲ ਕੀ ਹੋਣਾ? ਚੌਹਾਨ ਸਾਹਿਬ ਨੇ ਦੱਸਿਆ, ਬਾਕੀ ਬੁਲਾਰਿਆਂ ਨੇ ਦੱਸਿਆ ਕਿ ਇਸ ਜਿਹੜਾ ਜਦੋਂ ਸਿੱਧੀ ਬਿਜਾਈ ਆਪਾਂ ਕਰਦੇ ਹਾਂ ਸਭ ਤੋਂ ਜਿਹੜੀ ਮੁੱਖ ਰੂਪ ਦੀ ਸਮੱਸਿਆ ਝੋਨੇ ਦੀ ਸਿੱਧੀ ਬਿਜਾਈ ਲਿਆਉਣ ਦਾ ਕਾਰਨ ਕੀ ਸੀ? ਲਿਆਉਣ ਦਾ ਕਾਰਨ ਸੀ ਕਿ ਜਿਹੜਾ ਪਾਣੀ ਦਾ ਜਿਹੜਾ ਪੱਧਰ ਆ ਉਹ ਪੰਜਾਬ ਦੇ ਦਿਨੋਂ ਦਿਨ ਜਾ ਰਿਹਾ, ਪੰਜਾਬ ਦੇ ਵਿੱਚ ਡਾਊਨ ਜਾ ਰਿਹਾ। ਵੀ ਪਾਣੀ ਦੇ ਲੈਵਲ ਨੂੰ, ਪਾਣੀ ਦੀ ਜਿਹੜੀ ਬੱਚਤ ਉਹ ਕੀਤੀ ਜਾਵੇ। ਠੀਕ ਹੈ, ਪਾਣੀ ਦੀ ਇਸ ਦੇ ਨਾਲ ਬੱਚਤ ਹੋਏਗੀ, ਥੋੜੀ ਹੋਏਗੀ, ਬਹੁਤ ਜ਼ਿਆਦਾ ਨਹੀਂ ਹੋਏਗੀ, ਕਿਉਂਕਿ ਜੇ ਸਿੱਧੀ ਬਿਜਾਈ ਵੀ ਆਪਾਂ ਕਰਦੇ ਹਾਂ 8 ਦਿਨ ਬਾਅਦ, ਘੱਟੋ ਘੱਟ 1 ਹਫ਼ਤੇ ਬਾਅਦ ਉਹਨੂੰ ਪਾਣੀ ਲਾਉਣਾ ਪੈਂਦਾ ਦੁਬਾਰਾ। ਤੇ ਜੇ ਆਪਾਂ ਜਦੋਂ 1 ਹਫ਼ਤੇ ਬਾਅਦ ਪਾਣੀ ਲਾਉਂਦੇ ਆ, ਗਰਮੀ ਆਪਣੇ ਇੰਨੀ ਪੈਂਦੀ ਆ ਤਾਂ ਲਗਭਗ 8 ਘੰਟੇ ਦੀ ਲਾਈਟ 1 ਏਕੜ ਦੇ ਵਿੱਚ ਹੀ ਚਲੀ ਜਾਂਦੀ ਆ। ਤੇ ਜੇ ਕਿਸੇ ਕੋਲ 8 ਏਕੜ ਜ਼ਮੀਨ ਆ ਤਾਂ ਲਗਭਗ ਮੋਟਰ ਉਹਦੀ ਹਰ ਰੋਜ਼ ਹੀ ਚੱਲੇਗੀ 8 ਘੰਟੇ। ਤੇ ਜੇ ਕਹਿਣ ਦਾ ਮਤਲਬ ਪਾਣੀ ਦੀ ਬਚਤ ਹੋਏਗੀ, ਪਰ ਥੋੜੀ, ਬਹੁਤੀ ਜ਼ਿਆਦਾ ਨਹੀਂ ਕਹਿ ਸਕਦੇ। ਪਰ ਉਹਦੇ ਵਿੱਚ ਜਿਹੜਾ ਨਦੀਨ ਹੈ, ਜਿਹੜਾ ਉਹ ਇੰਨਾ ਜ਼ਿਆਦਾ ਉੱਗਦਾ, ਉਹਦੇ ਲਈ ਸਪਰੇਆਂ ਕਰ ਕਰਕੇ ਜਿਹੜਾ ਕਿਸਾਨ ਹੈ ਉਹਦਾ ਇੰਨਾ ਜ਼ਿਆਦਾ ਖਰਚਾ ਆ ਜਾਂਦਾ। 1500 ਰੁਪਏ ਤਾਂ ਉਹਨੂੰ ਤਿਆਰ ਕਰਨ ਲੱਗੀ ਪਹਿਲਾਂ ਖੇਤ ਦਾ ਆ ਜਾਏਗਾ। ਉਸ ਤੋਂ ਬਾਅਦ ਨਾਲ ਦੀ ਨਾਲ ਜਦੋਂ ਝੋਨੇ ਦੀ ਬਿਜਾਈ ਹੋਏਗਾ ਨਾ ਜੀ, ਬਿਜਾਈ ਬੇਸਿਕਲੀ ਆਪਾਂ ਦਰਸ਼ਕ ਜਾਨਣਾ ਚਾਹੁੰਦੇ। ਦੇਖੋ ਨਦੀਨ ਕਈ ਤਰ੍ਹਾਂ ਦੇ ਨੇ, ਜਿਹੜਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਜਿਹੜਾ ਕਵਾੜ ਕਹਿ ਦਿੰਦੇ ਉਹ ਅਲੱਗ-ਅਲੱਗ ਭਾਸ਼ਾ ਹਰੇਕ ਏਰੀਆ ਵਿੱਚ ਰੱਖਿਆ। ਕੋਈ ਪੱਠੇ ਕਹਿੰਦਾ, ਕੋਈ ਨਦੀਨ ਕਹਿੰਦਾ, ਕੋਈ ਕਵਾੜ ਕਹਿੰਦਾ, ਕੋਈ ਕੱਖ ਕਹਿੰਦਾ। ਉਹ ਅਲੱਗ-ਅਲੱਗ ਜਿਹੜੇ ਸ਼ਬਦ ਨੇ ਜਿਹੜੇ, ਪਰ ਜੇ ਮੋਟੇ ਰੂਪ ਚ ਕਹੀਏ ਨਦੀਨ ਜਿਹੜਾ ਬੇਮਤਲਬ ਜਿਹੜਾ ਕਵਾੜ ਆ ਉਹ ਉੱਗਦਾ, ਉਹ ਜੇ ਆਪਾਂ ਉਹਦੀ ਸਪਰੇਅ ਨਹੀਂ ਕਰਾਂਗੇ ਤਾਂ ਉਹਨੇ ਜਿਹੜੀ ਝੋਨੇ ਦੀ ਫਸਲ ਆ ਉਹਨੂੰ ਦੱਬ ਲੈਣਾ ਤੇ ਉਹ ਹੋਣ ਨਹੀਂ ਦੇਣਾ। ਹਾਂਜੀ, ਉਹਦੇ ਲਈ ਉਹਨੂੰ ਬਾਰ-ਬਾਰ ਫਾਲਤੂ ਜੜੀ ਬੂਟੀ ਜਿਹੜੀ ਉੱਗ ਜਾਂਦੀ ਹੈ, ਕਹਿਣ ਦਾ ਭਾਵ। ਗੁਰਪ੍ਰੀਤ ਜੀ, ਗੁੱਲੀ ਡੰਡਾ ਹੁੰਦਾ ਆ, ਵਿੱਚ ਡੀਲਾ ਹੋ ਜਾਂਦਾ ਆ, ਵਿੱਚ ਸਵਾਂਖ ਹੋ ਜਾਂਦਾ ਆ। ਜਿਸ ਤਰ੍ਹਾਂ ਪ੍ਰਦੀਪ ਮਾਨ ਜੀ ਨੇ ਦੱਸਿਆ, ਵਿੱਚ ਕਣਕ ਹੋ ਜਾਂਦੀ ਹੈ, ਜਿਹੜੀ ਕਣਕ ਕਿਰਿਓ ਹੁੰਦੀ ਆ। ਬਹੁਤ ਤਰ੍ਹਾਂ ਦੇ ਜਿਹੜੇ ਬੇਬੁਨਿਆਦੀ ਜਿਹੜੀਆਂ ਜੜੀਆਂ ਬੂਟੀਆਂ ਉਹ ਹੋ ਜਾਂਦੀਆਂ, ਵਿੱਚ ਬੇਲ ਹੋ ਜਾਂਦੀ ਆ, ਜਾਂਦੀਆਂ ਨੇ ਨਾਲ ਝੋਨੇ ਦੇ ਬਹੁਤ ਕੁਝ ਜੰਮਦਾ। ਜਿਹੜੇ ਬਿਨਾਂ ਮਤਲਬ ਤੋਂ ਉਹਦੇ ਵਿੱਚ ਨਦੀਨ ਹੋਣੇ ਨੇ, ਕਵਾੜ ਹੋਣੇ ਨੇ, ਤਰ੍ਹਾਂ ਦੇ, ਉਹਨਾਂ ਨੇ ਉਹ ਫਸਲ ਨੂੰ ਹੋਣ ਨਹੀਂ ਦੇਣਾ। ਉਹਦੇ ਲਈ ਬਾਰ-ਬਾਰ ਸਪਰੇਅ ਕਰਨੀ ਪੈਂਦੀ ਹੈ। ਜਿੱਦਾਂ ਚੌਹਾਨ ਸਾਹਿਬ ਨੇ ਦੱਸਿਆ, ਸਪਰੇਆਂ ਕੰਮ ਨਹੀਂ ਕਰਦੀਆਂ, ਸਪਰੇਆਂ ਕੰਮ ਨਹੀਂ ਕਰਦੀਆਂ, ਉਹਦਾ ਖਰਚਾ ਬਹੁਤ। ਤੇ ਝਾੜ ਵੀ ਅਸੀਂ ਆਪ ਖੁਦ ਜਿਹੜਾ ਇਹਦਾ ਐਕਸਪੀਰੀਅੰਸ ਕਰ ਚੁੱਕੇ ਆ, 10 ਕੁਇੰਟਲ ਤੋਂ ਲੈ ਕੇ 12-13 ਕੁਇੰਟਲ ਘੱਟ ਝਾੜ ਹੁੰਦਾ ਇਹਦਾ। ਜਿਹੜਾ ਦੂਜੇ ਲੋਟ ਜੇ ਆਪਾਂ ਗਾਹਣ ਕਰਕੇ ਕਹਿ ਦੀ, ਉਹ ਵੀ ਸ਼ਬਦ ਅਲੱਗ-ਅਲੱਗ ਨੇ, ਕੋਈ ਗਾਹਣ ਕਹਿੰਦੇ ਨੇ, ਕਿਸੇ ਏਰੀਏ ਕੱਦੂ ਕਹਿੰਦੇ ਨੇ, ਉਹ ਕਰਕੇ ਜਿਹੜੀ ਫਸਲ ਹੁੰਦੀ ਆ। ਦੇਖੋ ਗੁਰਪ੍ਰੀਤ ਜੀ, ਇਹਦੇ ਨਾਲ 1500 ਰੁਪਏ ਦੇ ਨਾਲ ਸਰਕਾਰ ਨੇ ਨਿਰੋਲ ਇੱਕ ਡਰਾਮਾ ਕੀਤਾ, ਕਿਸਾਨਾਂ ਦੇ ਨਾਲ ਮਜ਼ਾਕ ਹੀ ਕੀਤਾ, ਕਿਉਂਕਿ ਸਰਕਾਰ ਨੂੰ ਪਤਾ, ਚਲਾਕ ਸਰਕਾਰ ਆ, ਉਹਨੂੰ ਪਤਾ ਕਿ ਕਿਸਾਨਾਂ ਨੇ ਇਹਦੀ ਬਿਜਾਈ ਕਰਨੀ ਨਹੀਂ ਹੈ, ਪਰ ਉਹਨਾਂ ਨੇ ਇਹ ਇੱਕ ਡਰਾਮਾ ਕਰਨਾ ਹੈ। ਇਹਦੇ ਨਾਲੋਂ ਬਿਹਤਰ ਹੈ ਜੇ ਸਰਕਾਰਾਂ ਚਾਹੁੰਦੀਆਂ ਨੇ ਕਿ ਪਾਣੀ ਦਾ ਪੱਧਰ ਰੋਕਣ ਲਈ
ਜਿਹੜਾ ਝੋਨੇ ਦੀ ਬਦਲਵੇਂ ਜਿਹੜੇ ਆਪਾਂ ਨੂੰ ਲੱਭਣੇ ਪੈਣੇ ਨੇ ਕਿ ਹੋਰ ਫਸਲਾਂ ਕਰੀਏ, ਆਪਾਂ ਸਬਜ਼ੀਆਂ ਕਰੀਏ, ਪਰ ਉਹਦੇ ਲਈ ਕੀ ਹੈ, ਕਿਉਂਕਿ ਉਹਦੀ ਮਾਰਕੀਟਿੰਗ ਨਹੀਂ ਹੈ, ਉਹਦਾ ਮੰਡੀਕਰਨ ਨਹੀਂ ਹੈ, ਉਹਦਾ ਇੱਕ ਫਿਕਸ ਰੇਟ ਨਹੀਂ ਹੈ, MSP ਨਹੀਂ ਹੈ। ਸੋ ਉਹ ਤੈਅ ਹੋਣੇ ਬੜੇ ਜ਼ਰੂਰੀ ਨੇ, ਤਾਂ ਕਿ ਜੇ ਬਦਲਵੀਂ ਫਸਲ ਕੋਈ ਕਰਦਾ, ਹੁਣ ਜਿੱਦਾਂ ਚੌਹਾਨ ਸਾਹਿਬ ਨੇ ਦੱਸਿਆ ਕਿ ਸਾਰਾ ਜਿਹੜਾ ਦੁਆਬੇ ਦਾ ਏਰੀਆ ਜਿਹੜਾ ਉੱਥੇ ਜ਼ਿਆਦਾਤਰ ਜਿਹੜਾ ਹੈ ਉੱਥੇ ਗੰਨਾ ਹੁੰਦਾ, ਪਰ ਗੰਨੇ ਵਾਲੇ ਵਿਚਾਰੇ ਕਿਸਾਨ ਨੇ ਉਹ ਤਰਸਦੇ ਰਹਿੰਦੇ ਨੇ, ਬਾਅਦ ਚੋਂ ਨਾ ਉਹਨਾਂ ਨੂੰ ਉਹਦਾ ਵਧੀਆ ਰੇਟ ਮਿਲਦਾ, ਤੇ ਜੇ ਰੇਟ ਮਿਲ ਜਾਂਦਾ ਗੰਨਾ ਸਿੱਟ ਕੇ ਆ ਜਾਂਦੇ ਨੇ, ਬਾਅਦ ਚੋਂ ਇੱਕ ਭਿਖਾਰੀਆਂ ਦੀ ਤਰ੍ਹਾਂ ਕਿਸਾਨਾਂ ਨੂੰ ਰੌਲਾ ਪਾ ਕੇ ਉਹਦੇ ਪੈਸੇ ਮੰਗਣੇ ਪੈਂਦੇ ਨੇ। ਇਹੀ ਪ੍ਰੋਬਲਮ ਆ ਨਾ। ਨਹੀਂ ਜੇ ਉਹਨੂੰ ਸਾਰਾ ਵਧੀਆ ਰੇਟ ਮਿਲੇ ਤੇ ਨਾਲ ਦੇ ਟਾਈਮ ਦੀ ਟਾਈਮ ਪੇਮੈਂਟ ਮਿਲੇ ਤਾਂ ਕਿਸਾਨ ਨੇ ਜਿਹੜਾ ਉਹ ਬਦਲਵਾ ਕਰ ਸਕਦੇ ਨੇ, ਝੋਨਾ ਛੱਡ ਕੇ ਹੋਰ ਪਾਸੇ ਜਾ ਸਕਦੇ ਨੇ। ਸਬਜ਼ੀਆਂ ਦੀ ਪੱਕੀ MSP ਹੋਵੇ, ਇੱਕ ਜੇ ਕੋਈ ਆਲੂ ਲਾਉਂਦਾ, ਕੋਈ ਕਿਸੇ ਤਰ੍ਹਾਂ ਦੀ ਹੋਰ ਫਸਲ ਲਾਉਂਦਾ, ਤਾਂ ਉਹਨੂੰ ਇੱਕ ਪੱਕਾ ਰੇਟ ਮਿਲਣਾ ਜ਼ਰੂਰੀ ਆ। ਜੇ ਪੱਕਾ ਰੇਟ ਮਿਲੇਗਾ ਤਾਂ ਆਪਣੇ ਆਪ ਹੀ ਕਿਸਾਨਾਂ ਨੇ ਜਿਹੜਾ ਝੋਨੇ ਨੂੰ ਛੱਡ ਦੇਣਾ। ਝੋਨੇ ਦਾ ਕੀ ਆ ਕਿ 35 ਕੁਇੰਟਲ ਦੇ ਲਗਭਗ ਜੇ ਆਪਾਂ ਐਵਰੇਜ ਲਾਈਏ, 8 ਕਨਾਲ ਦਾ ਕਿੱਲਾ, 4.5 ਵਿਗੇ ਦਾ ਜਿਹੜਾ ਕਿੱਲਾ ਉਹ ਸਟੈਂਡਰਡ ਸਾਈਜ਼ ਆ ਇੱਕ ਪੱਕਾ। ਕਿਸੇ ਏਰੀਆ 'ਚ 6.5 ਵਿਗੇ ਦਾ ਵੀ ਕਿੱਲਾ ਹੁੰਦਾ, ਕਿਸੇ ਏਰੀਆ 'ਚ 4.5 ਵਿਗੇ ਦਾ ਵੀ ਕਿੱਲਾ ਹੁੰਦਾ, ਪਰ ਐਵਰੇਜ ਜਿਹੜਾ ਸਟੈਂਡਰਡ ਸਾਈਜ਼ ਆ 5.5 ਵਿਗੇ ਦਾ। 5.5 ਵਿਗੇ ਦਾ ਜਿਹੜਾ ਸਟੈਂਡਰਡ ਸਾਈਜ਼ ਆ ਉਹਦੇ 'ਚ ਲਗਭਗ ਜੇ ਆਪਾਂ ਐਵਰੇਜ ਕਰੀਏ ਤਾਂ 32-33 ਤੋਂ ਲੈ ਕੇ 35 ਕੁਇੰਟਲ ਜਿਹੜੀ ਕਣਕ ਹੈ, ਝੋਨਾ ਜਿਹੜਾ ਜੀਰੀ ਆ ਉਹ ਨਿਕਲ ਆਉਂਦੀ ਆ, ਤੇ ਲਗਭਗ ਉਹਦਾ ਜਿਹੜਾ ਘਰ ਆ ਕਿਸਾਨ ਦਾ ਖਰਚਾ ਕਿਤੇ ਨਾ ਕਿਤੇ ਜੀਰੀ ਤੱਕ ਮਾਰ ਦਿੰਦੀ ਆ। ਪਰ ਹੁਣ ਕਿਸਾਨ ਇਸ ਸਮੇਂ ਦੇਖੋ, ਪਿਛਲੇ ਸਾਲ ਵੀ ਜਿਹੜੀ ਕਣਕ ਜ਼ਿਆਦਾ ਨਿਕਲੀ, ਝੋਨਾ 2-3 ਜੇ ਆਪਾਂ ਐਵਰੇਜ ਪਿਛਲੀਆਂ 5 ਫਸਲਾਂ ਲਾਈਏ, 5 ਫਸਲਾਂ ਚੋਂ ਪਿਛਲੀਆਂ ਚੋਂ ਛਮਾਈ ਦੀਆਂ ਚੋਂ 3 ਫਸਲਾਂ ਜਿਹੜੀਆਂ ਕਿਸਾਨ ਦੀਆਂ ਬੜੀਆਂ ਘੱਟ ਨਿਕਲੀਆਂ ਨੇ। ਇਸ ਵਾਰ ਕਣਕ ਆ ਜਿਹੜੀ ਗਰਮੀ ਜ਼ਿਆਦਾ ਆਉਣ ਕਰਕੇ, ਪਹਿਲਾਂ ਬਾਰਿਸ਼ਾਂ ਜ਼ਿਆਦਾ ਪਈਆਂ, ਇਸ ਵਾਰ ਕਿਸਾਨ ਮੈਂ ਸਮਝਦਾ ਕਿ ਇੰਨਾ ਜ਼ਿਆਦਾ ਟੁੱਟਿਆ ਹੋਇਆ, ਖਾਸ ਕਰਕੇ ਜਿਨ੍ਹਾਂ ਕਿਸਾਨਾਂ ਨੇ ਕੰਮ ਵਧਾਉਣ ਕਣਕ ਦਾ ਝਾੜ ਵੀ ਘੱਟ ਨਿਕਲਿਆ, ਉਹ ਜਲਦੀ ਕਣਕ ਆ ਜਿਹੜੀ ਪੱਕ ਗਿਆ, ਉਹ ਮਾਜੂ ਕਣਕ ਪੈ ਗਈ, ਉਹ ਕਣਕ ਉਹਨਾਂ ਗਰੋਥ ਨਹੀਂ, ਕਣਕ ਉਨੀ ਗਰੋਥ ਨਹੀਂ ਕਰ ਸਕੀ। ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਅਸੀਂ ਵੀ ਚਾਹੁੰਦੇ ਹਾਂ ਸਾਰਾ ਪੰਜਾਬ ਕਿ ਉਹ ਜਿਹੜਾ ਪਾਣੀ ਦਾ ਪੱਧਰ ਜਿਹੜਾ ਬਹੁਤ ਉੱਪਰ ਹੁੰਦਾ ਸੀ ਤੇ ਕਿੰਨਾ ਥੱਲੇ ਪਾਣੀ ਜਿਹੜਾ ਪੱਧਰ ਆ ਉਹ ਚਲਿਆ ਗਿਆ, ਬਹੁਤ ਜ਼ਿਆਦਾ ਆਪਾਂ ਘਾਤਕ ਇਸ ਚੀਜ਼ ਵੱਲ ਨੂੰ ਵੱਧ ਰਹੇ ਹਾਂ। ਪਰ ਇਹ ਫਸਲ ਕਿਸਾਨ ਆ ਜਿਹੜਾ ਪਹਿਲੇ ਮਰਿਆ ਪਿਆ, ਉਹਦੇ ਲਈ ਸਰਕਾਰਾਂ ਨੂੰ ਹੱਲ ਲੱਭਣਾ ਪੈਣਾ। ਡਰਾਮੇ ਕਰਕੇ ਕੁਝ ਨਹੀਂ ਹੋਣਾ, ਸਿਰਫ ਇਹ ਇੱਕ ਡਰਾਮਾ। ਰੁਕ ਕਰਦੇ ਹਾਂ ਦਲਜੀਤ ਚੀਮਾ ਜੀ ਗੱਲ, ਪੋਲੀਟੀਕਲ ਐਕਸਪਰਟ ਨੇ ਅਤੇ ਕਿਸਾਨੀ ਨੂੰ ਇਸ ਚੀਜ਼ ਨਾਲ ਬਹੁਤ ਕਲੋਜ਼ਲੀ ਵਾਚ ਕਰਦੇ ਨੇ। ਕੀ ਲੱਗਦਾ ਦਲਜੀਤ ਚੀਮਾ ਜੀ ਕਿ ਕਿਵੇਂ ਰਵਾਇਤੀ ਤਰੀਕਿਆਂ ਨਾਲੋਂ ਇੱਕ ਸਰਕਾਰ ਨੇ ਨਵੀਂ ਪਹਿਲ ਕੀਤੀ ਹੈ, ਰਵਾਇਤੀ ਤਰੀਕਿਆਂ ਦੀ ਖੇਤੀ ਤੋਂ ਹਟ ਕੇ ਇੱਕ ਸਿੱਧੀ ਬਿਜਾਈ ਕੀਤੀ ਜਾਏ, ਕੀ ਫਾਇਦਾ ਹੈ, ਕੀ ਨੁਕਸਾਨ ਹੈ? ਦੇਖੋ ਜੀ, ਪਹਿਲਾਂ ਤਾਂ ਮੈਂ ਇੱਕ ਗੱਲ ਬੜੀ ਕਲੀਅਰ ਕਰਨਾ ਚਾਹੁੰਦਾ ਕਿ ਪੰਜਾਬ ਇੱਕ ਐਗਰੀਕਲਚਰ ਸਟੇਟ ਹੈ, ਉਹਦੇ ਬਾਵਜੂਦ ਇਹਨੂੰ ਐਗਰੀਕਲਚਰ ਨੂੰ ਐਜ਼ ਏ ਸਿਸਟਮ ਪੂਰੇ ਦੇ ਪੂਰੇ ਕਿਸੇ ਸਰਕਾਰ ਨੇ ਵੀ ਅੱਜ ਤੱਕ ਹੈਂਡਲ ਨਹੀਂ ਕੀਤਾ। ਅਸੀਂ ਅਲੱਗ-ਅਲੱਗ ਸਬ ਸਿਸਟਮ ਜਿਹੜੇ ਨਾ ਉਹਨਾਂ ਉੱਤੇ ਨੀਜਰਕ ਰਿਐਕਸ਼ਨ, ਨੀਜਰਕ ਹੁੰਦਾ ਜਦੋਂ ਪ੍ਰੋਬਲਮ ਆਏ ਉਹਦੇ ਵਾਸਤੇ ਤੁਰ ਪਏ। ਹੁਣ ਦੇਖੋ, ਮੈਂ 1970 ਦੇ ਵਿੱਚ ਆਂਧਰਾ ਵਿੱਚ ਸੀ ਪੋਸਟਡ, ਤੇ ਮੈਨੂੰ ਪਤਾ ਹੈ ਕਿ ਉਹਨਾਂ ਦੇ ਰੈਵਨਿਊ ਰਿਕਾਰਡਸ ਉਦੋਂ ਪੂਰੇ ਦੇ ਪੂਰੇ ਡਿਜੀਟਲਾਈਜ਼ ਹੋ ਕੇ ਤਿਆਰ ਹੋ ਚੁੱਕੇ ਸੀ। ਸਾਡੀਆਂ ਪ੍ਰਾਇਰਿਟੀਜ਼ ਜਿਹੜੀਆਂ ਐਜ਼ ਏ ਸਟੇਟ, ਐਜ਼ ਫਾਰ ਐਜ਼ ਐਗਰੀਕਲਚਰ ਇਜ਼ ਕੰਸਰਨ, ਉਹਦੇ ਵਾਸਤੇ ਸਾਡੀਆਂ ਪ੍ਰਾਇਰਿਟੀਜ਼ ਠੀਕ ਨਹੀਂ। ਐਗਰੀਕਲਚਰ ਯੂਨੀਵਰਸਿਟੀ ਜਿਹੜੀ ਸਾਡੀ ਬਿਲਕੁਲ ਮਤਲਬ ਇੱਕ ਕਿਸਮ ਦੀ ਰੀੜ੍ਹ ਦੀ ਹੱਡੀ ਹੈ ਫਾਰਮਿੰਗ ਦੀ, ਔਰ ਜਿਨ੍ਹਾਂ ਨੇ ਸਾਨੂੰ ਕੀ ਦਿਖਾਤਾ, ਗ੍ਰੀਨ ਰੈਵੋਲੂਸ਼ਨ ਤੇ ਕਮਾਲ ਦੇ ਸਾਇੰਟਿਸਟ ਤੇ ਕਮਾਲ ਦੇ ਲੋਕ, ਉਹ ਯੂਨੀਵਰਸਿਟੀ ਨੂੰ ਜ਼ਮੀਨ ਨੂੰ ਰੱਖ ਕੇ ਮਾਰ ਗਏ ਤੇ ਆਪਣੀ ਯੂਨੀਵਰਸਿਟੀ ਚਲਾਉਣ ਦੀ ਲੋੜ ਆ ਗਈ। ਮੇਰਾ ਖਿਆਲ ਹੈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਹੈ, ਅਖਬਾਰਾਂ 'ਚ ਬਹੁਤ ਵੱਡਾ ਇਸ਼ੂ ਬਣਿਆ ਸੀ ਕਿ ਉਹਨਾਂ ਨੂੰ ਆਪਣੀ ਜ਼ਮੀਨ ਮਾਰਕੀਟ ਕਰਨੀ ਪਈ ਡੇ ਟੂ ਡੇ ਰੂਟੀਨ ਖਰਚੇ ਕੱਢਣ ਵਾਸਤੇ। ਹੁਣ ਜਿਹੜੀ ਸਰਕਾਰ ਇੱਕ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਤੁਹਾਡੀ ਰੀੜ੍ਹ ਦੀ ਹੱਡੀ ਹੈ ਸਾਡੀ ਇਸ ਸਟੇਟ ਦੀ, ਕਿਉਂਕਿ ਅਸੀਂ ਫਾਰਮਿੰਗ ਸਟੇਟ ਆ, ਉਹਨੂੰ ਅੱਛੀ ਤਰ੍ਹਾਂ ਐਫੀਸ਼ੈਂਟਲੀ ਰਨ ਕਰਕੇ ਤੇ ਉੱਥੋਂ ਜੋ ਕੁਝ ਚਾਹੀਦਾ, ਆਫਟਰ ਆਲ ਦੇਖੋ ਇਹ ਕੋਈ ਰਾਕਟ ਸਾਇੰਸ ਤੇ ਨਹੀਂ ਨਾ, ਐਗਰੀਕਲਚਰ ਦੇ ਇਹ ਜਾਣਨਾ ਵੀ ਕਿਹੋ ਜਿਹੀ ਜ਼ਮੀਨ ਚਾਹੀਦੀ ਹੈ, ਕਿਹੜੀ ਜਗ੍ਹਾ। ਔਰ ਆਈ ਵਿਲ ਐਪਰੀਸ਼ੀਏਟ ਹਰਿਆਣਾ ਨੇ ਕਮਾਲ ਕਰ ਦਿੱਤੀ ਹੈ, ਜਿਵੇਂ ਕੋਈ ਸੱਜਣ ਕਹਿ ਵੀ ਰਹੇ ਸਨ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਹਰ ਪੱਖੋਂ, ਐਗਰੀਕਲਚਰ ਤਾਂ ਹੈ ਹੀ ਹੈ, ਤੁਸੀਂ ਹੋਰ ਕੋਈ ਵੀ ਮੁੱਦਾ ਲੈ ਲਓ, ਚਾਹੇ ਉਹ ਐਜੂਕੇਸ਼ਨ ਦਾ ਲੈ ਲਓ ਜਾਂ ਇੰਡਸਟਰੀ ਦਾ ਲੈ ਲਓ, ਕੋਈ ਵੀ ਕਾਰਨ ਹੋਣ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦੇ ਆਰ ਫਾਰ ਹੈਡ ਆਫ ਅਸ। ਪਹਿਲੀ ਤੇ ਇਹ ਜਿਹੜੀ ਪ੍ਰਾਇਰਿਟੀ ਹੈ ਉਹ ਠੀਕ ਨਹੀਂ ਗਵਰਨਮੈਂਟ ਦੀ। ਹਰ ਗਵਰਨਮੈਂਟ ਜਦੋਂ ਨਵੀਂ ਆਉਂਦੀ ਹੈ ਉਹ ਕੋਈ ਨਾ ਕੋਈ
ਜਵਾਬ ਲੱਭਣਾ ਸ਼ੁਰੂ ਕਰ ਦਿੰਦੀ ਹੈ ਸਬ ਸਿਸਟਮ ਦਾ, ਛੋਟੇ ਜਿਹੇ ਤਰੀਕੇ ਵੀ ਇਹਨੂੰ ਇਸ ਤਰ੍ਹਾਂ ਕਰ ਲਈਏ। ਇਹ ਵੀ ਜਿਹੜਾ ਇਟ ਇਜ਼ ਅ ਗੁੱਡ ਇਨੀਸ਼ੀਏਟਿਵ, ਅੱਛਾ, ਇਹਨੂੰ ਵੈਲਕਮ ਕਰਨਾ ਚਾਹੀਦਾ। ਦੇਖੋ, ਮੈਂ ਸਾਇੰਸ ਤੇ ਟੈਕਨੋਲੋਜੀ ਦਾ ਤੇ ਕੋਆਪਰੇਟਿਵ ਫਾਰਮਿੰਗ ਦਾ ਬਹੁਤ ਵੱਡਾ ਸਪੋਰਟਰ ਹਾਂ ਜੀ। ਇਸ ਜ਼ਮਾਨੇ ਦੇ ਵਿੱਚ ਜੇ ਤੁਸੀਂ ਸਾਇੰਸ ਤੇ ਟੈਕਨੋਲੋਜੀ ਨੂੰ ਇਸਤੇਮਾਲ ਕਰਕੇ ਫਾਰਮਿੰਗ ਨੂੰ ਅੱਗੇ ਨਹੀਂ ਲਿਆ ਸਕਦੇ ਤੇ ਫਿਰ ਕੀ ਫਾਇਦਾ ਹੋਇਆ ਇੰਨੀਆਂ ਯੂਨੀਵਰਸਿਟੀਆਂ, ਇੰਨੀ ਬੇਸਿਕ ਰਿਸਰਚ ਤੇ ਇੰਨੀ ਜਿਹੜੀ ਹੈ ਅਪਲਾਈਡ ਰਿਸਰਚ, ਕਿੰਨੀਆਂ ਸਾਡੀਆਂ ਨੈਸ਼ਨਲ ਲੈਬੋਰੇਟਰੀਜ਼ ਤੇ ਬੜਾ ਕੁਛ ਹੈ। ਗਵਰਨਮੈਂਟ ਆਫ ਇੰਡੀਆ, ਸਟੇਟ ਗਵਰਨਮੈਂਟਾਂ ਨੇ ਵੀ ਬੜਾ ਕੁਛ ਸੈਟਅਪ ਕੀਤਾ ਹੋਇਆ ਹੈ। ਤੇ ਇਹ ਜ਼ਰੂਰੀ ਨਹੀਂ ਵੀ ਸਾਨੂੰ ਸਿਰਫ ਆਪਣੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਤੋਂ ਹੀ ਦੇਖਣਾ ਹੈ। ਪੰਤ ਨਗਰ ਯੂਨੀਵਰਸਿਟੀ ਹੈ, ਹੋਰ ਯੂਨੀਵਰਸਿਟੀਆਂ ਨੇ, ਬੜਾ ਕੁਛ ਹੈ ਸਿੱਖਣ ਨੂੰ। ਸੋ ਮੈਂ ਇੱਕ ਤਾਂ ਇਹ ਸਮਝਦਾ ਕਿ ਗਵਰਨਮੈਂਟ ਮਸਟ ਸੈਟ ਇਟਸ ਪ੍ਰਾਇਰਿਟੀਜ਼ ਰਾਈਟ। ਦੂਜਾ, ਸਾਇੰਸ ਐਂਡ ਟੈਕਨੋਲੋਜੀ 80 ਸਾਲ ਪਹਿਲਾਂ ਲੋਕੀ ਡ੍ਰਿਪ ਫਾਰਮਿੰਗ ਦੀਆਂ ਗੱਲਾਂ ਕਰਦੇ ਸਨ। ਅਸੀਂ ਔਰ ਡਾਇਵਰਸੀਫਿਕੇਸ਼ਨ, ਇਹ ਡਾਇਵਰਸੀਫਿਕੇਸ਼ਨ ਕਿਉਂ ਨਹੀਂ ਹੋ ਰਹੀ? ਮੈਂ ਸਮਝਦਾ ਕਿ ਜਿਹੜੇ ਯੂਥ ਹੈ ਪੰਜਾਬ ਦਾ, ਯੰਗ ਫਾਰਮਰ, ਯੂਥ ਦੇ ਯੰਗ ਫਾਰਮਰਸ ਐਸੋਸੀਏਸ਼ਨ ਨੂੰ ਇਕੱਠਾ ਹੋ ਕੇ ਕੋਆਪਰੇਟਿਵ ਫਾਰਮਿੰਗ ਨੂੰ ਇੱਕ ਬਹੁਤ ਵੱਡਾ ਹਿੱਸਾ ਬਣਾਉਣਾ ਪਏਗਾ। ਬਾਕੀ ਆ ਜਿਹੜੀਆਂ ਚੀਜ਼ਾਂ ਨੇ ਨਾ ਵੀ ਪੈਸਟੀਸਾਈਡ ਠੀਕ ਨਹੀਂ ਮਿਲਦੇ, ਉਹਦੇ ਵਾਸਤੇ ਤਾਂ ਬੇਸਿਕ ਇਲਾਜ ਆ, ਡੰਡਾ ਚਾਹੀਦਾ, ਪੁੱਟ ਦੀ ਮੈਨ ਬਿਹਾਈਂਡ ਦੀ ਬਾਰਸ। ਇਹ ਕਿਵੇਂ ਨਹੀਂ ਬੰਦ ਹੋ ਸਕਦਾ? ਜੇ ਗਵਰਨਮੈਂਟ ਚਾਹੇ ਤਾਂ ਜਿਹੜੀ ਤੁਹਾਡੀ ਹੈ ਨਕਲੀ ਪੈਸਟੀਸਾਈਡ ਜਿਹੜੇ, ਇਹ ਕਿਵੇਂ ਆ ਜਾਣ ਗਵਰਨਮੈਂਟ ਦੇ ਇਹਦੇ ਵਿੱਚ ਫਾਰਮ? ਇਹ ਗਵਰਨਮੈਂਟ ਦੀ ਇੰਟੈਂਸ਼ਨ ਜੇ ਠੀਕ ਹੋਏ, ਗਵਰਨਮੈਂਟ ਦੀ ਇੰਟੈਂਸ਼ਨ ਪੋਜ਼ਿਟਿਵ ਹੋਏ, ਜਿਹੜੀ ਮੈਂ ਸਮਝਦਾ ਕਿ ਹਰ ਗਵਰਨਮੈਂਟ ਦੀ ਹੁੰਦੀ ਹੀ ਹੋਏਗੀ। ਉਹ ਹੁਣ ਤੁਹਾਨੂੰ ਇਹ ਸਭ ਕੁਝ ਕਰਨ ਵਾਸਤੇ ਰਿਸੋਰਸਿਸ ਵੀ ਜਨਰੇਟ ਕਰਨੇ ਚਾਹੀਦੇ ਨੇ। ਰਿਸੋਰਸਿਸ ਜਨਰੇਟ ਕਰਨ ਦੇ ਤਰੀਕੇ ਫਾਰਮਿੰਗ ਸੈਕਟਰ ਵਿੱਚੋਂ ਛੱਡ ਕੇ ਦੂਜਿਆਂ ਸੈਕਟਰ ਵਿੱਚੋਂ, ਇਸੀ ਫਾਰਮਿੰਗ ਨੂੰ ਸਪੋਰਟ ਹੈ। ਮੈਨੂੰ ਪਤਾ ਹੈ, ਮੈਂ ਆਪ ਹੀ ਬਿਕਾਜ਼ ਛੋਟੇ ਹੁੰਦਿਆਂ ਅਸੀਂ ਫਾਰਮਿੰਗ ਦੇਖੀ ਹੈ, ਪਰ ਉਦੋਂ ਵੀ ਮੇਰੇ ਫਾਦਰ ਇੱਕ ਐਜੂਕੇਟਡ ਫਾਰਮਰ ਸਨ, ਬਹੁਤ ਅੱਛੇ ਪੜ੍ਹੇ ਲਿਖੇ ਸਨ। ਉਹਨਾਂ ਨੇ 1955 ਦੇ ਵਿੱਚ ਇੱਕ DT14 ਟਰੈਕਟਰ ਮੰਗਵਾ ਕੇ ਤੇ ਟਿਊਬਵੈਲ ਤੋਂ ਜਿੰਨੇ ਖੇਤਾਂ 'ਚ ਪਾਣੀ ਜਾਂਦਾ ਸੀ ਨਾ, ਉਹ ਸਾਰੀਆਂ ਨਾਲੇ ਜਿਹੜੇ ਪੱਕੇ ਕਰ ਦਿੱਤੇ। ਆਈ ਐਮ ਟਾਕਿੰਗ ਆਫ 1954। ਅਸੀਂ ਜਿਹੜੇ ਇਲੈਕਟ੍ਰਿਸਿਟੀ ਦੇ ਡਿਸਟ੍ਰੀਬਿਊਸ਼ਨ ਲਾਸਿਸ ਦੀ ਗੱਲ ਕਰਨੇ ਆ, ਅਸੀਂ ਪਾਣੀ ਦੇ ਲਾਸਿਸ ਜਦੋਂ ਟਿਊਬਵੈਲ ਤੋਂ ਪਾਣੀ ਚੱਲਦਾ ਜਾਂ ਨਹਿਰ ਤੋਂ ਪਾਣੀ ਚੱਲਦਾ, ਜਦੋਂ ਖੇਤ 'ਚ ਪਹੁੰਚਦਾ, ਉਹਦੇ ਲਾਸਿਸ ਕਿੰਨੇ ਹੁੰਦੇ ਨੇ? ਕਦੇ ਕਿਸੇ ਨੇ ਸੋਚਿਆ? ਕਿਉਂ ਨਹੀਂ ਅਸੀਂ ਇਹ ਛੋਟੀਆਂ ਚੀਜ਼ਾਂ ਦੇ ਵਿੱਚ ਗਵਰਨਮੈਂਟ ਇਨਵੈਸਟ ਕਰੇ, ਗਵਰਨਮੈਂਟ ਰਸਤਾ ਦਿਖਾਏ। ਆਈਡੀਅਲ ਫਾਰਮਿੰਗ ਕੁਝ ਬਣੇ ਹੋਏ ਨੇ, ਪਰ ਮੈਨੂੰ ਪਤਾ ਹੈ ਵੀ ਜਿਹੜਾ ਵੱਡਾ ਫਾਰਮਰ ਹੈ ਉਹ 10 20 50 100 ਬੰਦੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਕਮਾਲ ਕਰ ਰਹੇ ਨੇ। ਬਾਕੀ ਆਮ ਆਦਮੀ ਡਾਇਵਰਸੀਫਿਕੇਸ਼ਨ ਬਾਰੇ ਸੋਚਦਾ ਹੀ ਨਹੀਂ, ਉਹਨੂੰ ਇਨਸੈਂਟਿਵ ਨਹੀਂ ਤੁਸੀਂ ਦਿੰਦੇ ਸੀ। ਬਿਜਲੀ ਇੱਕ ਬਹੁਤ ਵੱਡਾ ਇਨਸੈਂਟਿਵ ਹੈ। ਜੇ ਤੁਸੀਂ ਬਿਜਲੀ ਪੂਰੀ ਦੇ ਦਿਓ ਤੇ ਉਹਦੇ ਪੈਸਟੀਸਾਈਡ ਨੂੰ ਦੇਖ ਰਹੋ ਤੇ ਸੀਡ ਜਿਹੜੇ ਨੇ ਉਹਨਾਂ ਨੂੰ ਅੱਛੇ ਪ੍ਰੋਵਾਈਡ ਕਰਦੇ ਯੂਨੀਵਰਸਿਟੀ, ਤੇ ਫਿਰ ਪ੍ਰੋਬਲਮ ਕਿੱਥੇ ਹੈ? ਹੁਣ ਇਹ ਤਿੰਨੇ ਇਸ਼ੂ ਜਿਹੜੇ ਨੇ ਗਵਰਨਮੈਂਟ ਦੀ ਪ੍ਰਾਇੋਰਟੀ ਜੇ ਬਣ ਜਾਣ ਤੇ ਮੈਂ ਸਮਝਦਾ ਇੱਕ ਬਹੁਤ ਵੱਡੀ ਸਪੋਰਟ ਮਿਲ ਜਾਏਗੀ ਫਾਰਮਰ ਨੂੰ। ਫਾਰਮਰ ਜਿੰਨੀ ਮਿਹਨਤ ਕਰਦਾ ਹੈ ਔਰ ਜੋ ਜਾ ਕੇ ਉਹਨੂੰ ਮਿਲਦਾ ਜੋ ਕੁਛ, ਉਹਦੇ ਉੱਤੇ ਸ਼ਰਮ ਆਉਂਦੀ ਹੈ ਵੀ ਲੋਕੀ ਫਾਰਮਿੰਗ ਕਿਉਂ ਨਹੀਂ ਕਰਦੇ, ਕਿਉਂ ਨਹੀਂ ਲੋਕੀ ਇੰਨੇ ਜ਼ਿਆਦਾ ਇਨਵੋਲਵ ਕਿ ਜਿਹੜਾ ਛੋਟਾ ਕਿਸਾਨ ਆ ਉਹ ਤਾਂ ਵੈਸੇ ਹੀ ਵਿਚਾਰਾ 2-3 ਏਕੜ ਦੇ ਵਿੱਚ ਵੈਸੇ ਹੀ ਮਰਿਆ ਪਿਆ, ਉਹਨੂੰ ਕੀ ਕਰੇਗਾ ਉਹ? ਸੋ ਇਸ ਕਰਕੇ ਮੈਂ ਸਮਝਦਾ ਕਿ ਟੋਟਲ ਇੱਕ ਐਗਰੀਕਲਚਰ ਸੈਕਟਰ ਦੀ ਪਾਲਿਸੀ ਬਣਾਈ ਜਾਏ ਜਿਹਦੇ ਵਿੱਚ ਇਹ ਸਾਰੇ ਮੁੱਦੇ, ਚਾਹੇ ਉਹ ਟੈਕਨੋਲੋਜੀ ਔਰ ਸਾਇੰਸ ਦੀ ਗੱਲ ਹੋਏ, ਕਿੱਥੋਂ ਕਿਵੇਂ ਸਪੋਰਟ ਹੋਏਗੀ। ਇਸੀ ਜੇ ਨਹੀਂ ਕੋਈ ਸੀਡ ਨਵਾਂ ਬਣਦਾ, ਲੋਕੀ ਦਾ ਅੱਜ ਕੱਲ੍ਹ ਰੋਜ਼ ਹਰ ਸਾਲ ਨਵੀਆਂ ਇਨੋਵੇਸ਼ਨ ਹੋ ਰਹੀਆਂ ਨੇ, ਨਵੀਆਂ ਚੀਜ਼ਾਂ ਆ ਰਹੀਆਂ ਨੇ। ਉਹ ਗਵਰਨਮੈਂਟ ਨੇ ਕਮਾਲ ਕੀਤਾ ਵੀ ਹੈ ਸਾਡੀ ਯੂਨੀਵਰਸਿਟੀ ਨੇ। ਹੁਣ ਕੀ ਹੋ ਗਿਆ? ਵਾਈ ਆਰ ਵੀ ਸਟੈਟਿਕ? ਹੁਣ ਮੈਂ ਦੇਖਣਾ, ਕਦੇ ਮੈਂ ਤੇ ਨਹੀਂ ਪੜ੍ਹਿਆ ਅਖਬਾਰ ਦੇ ਵਿੱਚ ਅੱਜ ਕੱਲ੍ਹ ਕਿ ਐਗਰੀਕਲਚਰ ਯੂਨੀਵਰਸਿਟੀ ਨੇ ਆਹ ਕਮਾਲ ਕਰ ਦਿੱਤੇ ਤੇ ਆਹ ਨਵੀਂ ਗੱਲ ਆ ਗਈ ਤੇ ਆਹ ਆ ਗਈ। ਮੇਰਾ ਖਿਆਲ ਹੈ ਉਹਨਾਂ ਕੋਲ ਰਿਸੋਰਸਿਸ ਨਹੀਂ ਜਾਂ ਉਹ ਜੇ ਸਾਇੰਟਿਸਟ ਨਹੀਂ, ਕਿਧਰੇ ਨਾ ਕਿਧਰੇ ਕੋਈ ਨਾ ਕੋਈ ਪ੍ਰੋਬਲਮ ਤਾਂ ਹੈ ਨਾ। ਇਸ ਪ੍ਰੋਬਲਮ ਨੂੰ ਸਟੱਡੀ ਕੀਤਾ ਜਾਏ ਔਰ ਐਗਰੀਕਲਚਰ ਸੈਕਟਰ ਨੂੰ ਐਜ਼ ਏ ਸਿਸਟਮ ਇਨ ਟੋਟੈਲਿਟੀ ਉਹਨੂੰ ਪੂਰਾ ਦਾ ਪੂਰਾ ਹੈਂਡਲ ਕਰਦਾ ਇੱਕ ਪਾਲਿਸੀ ਬਣਾਈ ਜਾਏ ਔਰ ਇੱਕ ਪਲਾਨ ਬਣਾਈ ਜਾਏ। ਬਾਕੀ ਇਹ ਇਨੀਸ਼ੀਏਟਿਵ ਜਿਹੜਾ ਹੈ ਮੇਰਾ ਖਿਆਲ ਹੈ, ਦੇਖੋ ਜਦੋਂ ਤੂੰ ਕੋਈ ਨਵੀਂ ਚੀਜ਼ ਸ਼ੁਰੂ ਕਰਦੇ ਹੋ ਤੇ ਐਕਸਪੈਕਟ ਕਰਨਾ ਵੀ ਹਰ ਚੀਜ਼ ਵਾਸਤੇ ਇੰਨੇ ਜ਼ਿਆਦਾ ਆਫਟਰ ਆਲ ਲਿਮਿਟਿਡ ਰਿਸੋਰਸਿਸ ਨੇ, ਹੋ ਸਕਦਾ ਹੈ ਕਿ ਥੋੜੀ ਦੇਰ ਦੇ ਬਾਅਦ ਇਹਨੂੰ ਵਧਾਤਾ ਜਾਏ ਜੋ ਵੀ ਪਰ ਆਈਡੀਆ ਅੱਛਾ ਹੈ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨੂੰ ਫਾਲੋ ਕੀਤਾ ਜਾਏ ਔਰ ਅਸੀਂ ਸਾਰੇ ਇਹਨੂੰ ਐਜ਼ ਅ ਵੈਲਕਮ ਸਟੈਪ ਐਕਸੈਪਟ ਕਰੀਏ। ਜੀ,
ਜੰਗਵੀਰ ਜੀ ਕਿਵੇਂ ਲੱਗਦਾ ਜੀ ਕਿ ਸਮੇਂ-ਸਮੇਂ ਦੇ ਉੱਤੇ ਜਿਵੇਂ ਸਾਇੰਸ ਤਰੱਕੀ ਕਰ ਰਹੀ ਹੈ ਕਿ ਖੇਤੀ ਉਪਕਰਨਾਂ ਦੇ ਵਿੱਚ ਜੇ ਖੇਤੀ ਤੌਰ ਤਰੀਕਿਆਂ ਦੇ ਵਿੱਚ बढ़ावा नहीं आना चाहिए कि किसानों के अवेयरनेस की कमी है कि सरकारों की कमी है कि समय समय के कैंप्स लग रहे हैं कि नहीं जेकर नहीं तो यूनीयंस वालों कोई यहो जिहा कोई प्लान हैगा इन शॉर्ट दे विच लास्ट रिएक्शन सारिਆਂ ਨੂੰ रिएक्शन लैके फिर समाप्ति करांगे जंगवीर जी ਦੇਖੋ ਕੈਂਪ ਤਾਂ ਲੱਗ ਰਹੇ ਆ ਕਿਸਾਨਾਂ ਨੂੰ ਅਵੇਅਰ ਕਰਨ ਵਾਸਤੇ ਜੀ। ਤਰ੍ਹਾਂ ਤਰ੍ਹਾਂ ਦੇ ਕੈਂਪ ਲੱਗਦੇ ਆ जी ਤੇ ਜਾਣਕਾਰੀ ਵੀ ਹੈ ਕਿਸਾਨਾਂ ਨੂੰ ਕੋਈ ਏਡੀ ਗੱਲ ਨਹੀਂ ਹੈ ਪਰ ਨਫਾ ਨੁਕਸਾਨ ਤਾਂ ਗੁਰਪ੍ਰੀਤ ਜੀ ਦੇਖਣਾ ਪਊਗਾ ਫਿਰ ठीक है ਜਦੋਂ बिल्कुल ਨਫੇ ਨੁਕਸਾਨ ਤੇ ਗੱਲ ਆ ਜਾਂਦੀ ਫਿਰ ਤਾਂ ਉਹ ਦੇਖਣਾ ਪਊਗਾ ਜਿਸ ਤਰ੍ਹਾਂ ਪ੍ਰਦੀਪ ਮਾਨ ਜੀ ਨੇ ਦੱਸਿਆ ਜਾਂ ਝਿੱਜਰ ਸਾਹਿਬ ਨੇ ਦੱਸਿਆ ਝਾੜ ਦਾ ਬਹੁਤ ਫਰਕ ਪੈ ਜਾਂਦਾ ਝਾੜ ਦਾ ਫਰਕ ਪੈ ਜਾਂਦਾ ਅਸੀਂ ਤਾਂ ਚਾਹੁੰਦੇ ਆ ਕਿ ਸਾਡਾ ਪੰਜਾਬ ਬਚ ਜਵੇ ਕਿਤੇ ਨਾ ਕਿਤੇ ਰਾਜਸਥਾਨ ਨਾਲ ਸਾਡਾ ਪੰਜਾਬ ਬਣ ਜਵੇ ਅਸੀਂ ਤਾਂ ਚਾਹੁੰਦੇ ਆ ਜਿਹੜੀਆਂ ਨਹਿਰਾਂ ਚੋਂ ਸਰਕਾਰ ਸਾਨੂੰ ਪਾਣੀ ਦੇ ਦੇਵੇ ਸੂਏ ਸਾਡੇ ਸੁੱਕੇ ਪਏ ਆ ਉਥੋਂ ਪਾਣੀ ਸਾਡੀਆਂ ਨਹਿਰਾਂ ਦਾ ਖੇਤੀ ਕਰਨ ਵਾਸਤੇ ਪਾਣੀ ਦੇ ਦੇਵੇ ਹੋਰ ਨਵੇਂ ਉਪਰਾਲੇ ਕਰ ਦੇਵੇ ਕੋਈ ਗੱਲ ਨਹੀਂ ਅਸੀਂ ਤਾਂ ਡਿਵਰਸਿਫਿਕੇਸ਼ਨ ਕਰਨ ਵਾਸਤੇ ਤਿਆਰ ਆ ਸਾਨੂੰ ਦੂਜੀਆਂ ਫਸਲਾਂ ਤੇ ਐਮਐਸਪੀ ਦੇ ਦੇਵੇ ਸਾਨੂੰ ਗੰਨਾ ਸਾਡੇ ਲੱਗਦਾ ਅਸੀਂ ਦਾਲਾਂ ਬੀਜ ਸਕਦੇ ਆ ਅਸੀਂ ਸਾਰਾ ਕੁਝ ਬੀਜ ਸਕਦੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜੀ। ਕਿਤੇ ਨਾ ਕਿਤੇ ਦੂਜੀਆਂ ਫਸਲਾਂ ਤੇ ਵੀ ਜਿਹੜੀ ਥੋੜੀ ਐਮਐਸਪੀ ਮਿਲ ਜਵੇ ਤਾਂ ਕਿਤੇ ਨਾ ਕਿਤੇ ਬਦਲਾਅ ਜ਼ਰੂਰੀ ਹੈ ਝੋਨਾ ਲਾਉਣਾ ਸਾਡੀ ਮਜਬੂਰੀ ਆ जी ਔਰ ਮਜਬੂਰੀ ਵਸ ਲਾ ਰਹੇ ਆ ਅਸੀਂ ਝੋਨਾ ਲਾਉਣਾ ਨਹੀਂ ਚਾਹੁੰਦੇ ਪਰ ਝੋਨਾ ਲਾਉਣਾ ਛੱਡ ਸਕਦੇ ਆ ਜੇ ਦੂਜੀਆਂ ਫਸਲਾਂ ਤੇ ਐਮਐਸਪੀ ਮਿਲ ਜਵੇ ਗੰਨੇ ਦੀ ਪਰਚੀ ਤੇ ਗੰਨੇ ਦਾ ਭਾਅ ਤੇ ਗੰਨੇ ਦੀ ਪੇਮੈਂਟ ਜਿਹੜੀ ਆ ਟਾਈਮ ਸਿਰ ਮਿਲ ਜਵੇ ਤਾਂ ਕਿਤੇ ਨਾ ਕਿਤੇ ਸਾਡਾ ਵੀ ਜਿਹੜਾ ਘਰ ਪੂਰਾ ਹੋ ਜਾਊਗਾ ਅਸੀਂ ਸਹਿਮਤ ਆ ਜੋ ਸਰਕਾਰਾਂ ਇਹ ਕਰ ਰਹੀਆਂ ਮੈਂ ਕਹਿੰਦਾ ਬਹੁਤ ਚੰਗੀ ਗੱਲ ਆ ਨਵੇਂ ਉਪਰਾਲੇ ਕਰਨੇ ਚਾਹੀਦੇ ਆ ਔਰ ਉਹਦੇ ਨਾਲ ਅਸੀਂ ਸਹਿਮਤ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਚਾਹੁੰਦੇ ਆ ਕਿ ਸਾਡਾ ਪੰਜਾਬ ਬਚੇ ਸਾਡਾ ਪਾਣੀ ਬਚੇ ਧਾਲੀਵਾਲ ਸਾਹਿਬ ਕਿਵੇਂ ਲੱਗ ਰਿਹਾ ਜੀ ਕਿਉਂਕਿ ਜਿਵੇਂ ਉਹਨਾਂ ਨੇ ਕਿਹਾ ਵੀ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਡੈਮ ਸੇਫਟੀ ਐਕਟ ਐਂਡ BBMB ਵਰਗੇ ਕਈ ਮੇਜਰ ਚੇਂਜਸ ਆਈਆਂ ਨੇ ਤੇ ਲਗਭਗ ਪਾਣੀ ਦਾ ਕੰਟਰੋਲ ਲਗਭਗ ਕੇਂਦਰ ਦੇ ਕੋਲ ਜਾ ਚੁੱਕਾ ਹੈ ਤੇ ਧਾਲੀਵਾਲ ਸਾਹਿਬ ਕਿਵੇਂ ਲੱਗ ਰਿਹਾ ਕਿ ਨਹਿਰੀ ਪਾਣੀ ਨੂੰ ਪ੍ਰੋਵਾਈਡ ਕਰਨ ਦੇ ਵਿੱਚ ਕੀ ਸਰਕਾਰ ਕਿੰਨੀ ਕੁ ਸੁਹਿਰਦ ਰਹੇਗੀ ਇਹ ਦੇਖੋ ਮੈਂ ਜਿਹੜੀ ਚੌਹਾਨ ਸਾਹਿਬ ਨੇ ਗੱਲ ਦੂਜੀ ਕਹੀ ਮੈਂ ਉਸ ਪਾਸੇ ਜਾਣਾ ਚਾਹਣਾ ਜੀ। ਡਿਵਰਸਿਫਿਕੇਸ਼ਨ ਦੀ ਜੀ ਦੇਖੋ ਡਿਵਰਸਿਫਿਕੇਸ਼ਨ ਦੀ ਜੇ ਪਾਲਿਸੀ ਬਣ ਜਾਂਦੀ ਹੈ ਜਿਵੇਂ ਆਪਾਂ ਕਿਸੇ ਵੀ ਕਿਸਾਨ ਨੂੰ 10,000 ਰੁਪਏ ਪ੍ਰਤੀ ਏਕੜ ਦਿੰਨੇ ਆ ਜਿਹੜਾ ਕਿਸਾਨ ਤੇ ਜਿਹੜੀ ਵੀ ਉਹ ਫਸਲ ਬੀਜੇ ਉਹ ਪਬਲਿਕ ਡਿਸਟ੍ਰੀਬਿਊਸ਼ਨ ਉਹਦੇ ਕੋਟੇ ਦੇ ਵਿੱਚ ਸਰਕਾਰ ਚੱਕੇ ਜਿਵੇਂ ਹਰਿਆਣਾ ਵੀ ਚੱਕ ਰਿਹਾ ਦਾਲਾਂ ਵੀ ਚੱਕ ਰਿਹਾ ਹੋਰ ਬਹੁਤ ਚੀਜ਼ਾਂ ਚੱਕ ਰਿਹਾ ਉਵੇਂ ਜੀ। ਪੰਜਾਬ ਵੀ ਆਪਦਾ ਕੋਟਾ ਲਿਆ ਸਕਦਾ ਝੋਨੇ ਕਣਕ ਤੋਂ ਬਿਨਾ ਉਹ ਸਰਕਾਰ ਇੱਕ ਪਾਲਿਸੀ ਬਣਾਏ ਔਰ ODOP ਜਿਹੜੀ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਕੇਂਦਰ ਸਰਕਾਰ ਦਾ ਇੱਕ ਮੈਪਿੰਗ ਕੀਤੀ ਗਈ ਹੈ ਸਾਰੇ ਇੰਡੀਆ ਦੇ ਵਿੱਚ ਜੀ ਉਹ ODOP ਦੇ ਤਹਿਤ ਸਾਡੇ ਜਿਹੜੇ ਕੋਆਪਰੇਟਿਵ ਵਨ ਔਰ ਮੈਂ ਇੱਕ ਹੋਰ ਗੱਲ ਵੀ ਰੱਖਣੀ ਚਾਹਣਾ ਜਿਵੇਂ ਕਬਜ਼ੇ ਨਜਾਇਜ਼ ਕਬਜ਼ੇ ਛਡਾ ਰਹੀ ਹੈ ਸਰਕਾਰ ਮੈਂ ਉਹ ਵੀ ਕੱਲ ਇੱਕ ਚੈਨਲ ਤੇ ਗੱਲ ਕੀਤੀ ਸੀ ਵੀ ਉਹ ਛਡਾ ਰਹੇ ਆ ਚੰਗੀ ਗੱਲ ਹੈ ਉਹ ਦੇ ਕਿਹਨੂੰ ਰਹੇ ਆ ਇਹ ਨਹੀਂ ਦੱਸਦੇ ਉਹ ਛਡਾ ਕੇ ਨੌਜਵਾਨ ਕਿਸਾਨਾਂ ਦੀਆਂ ਕੋਆਪਰੇਟਿਵਾਂ ਨੂੰ ਦਿੱਤੇ ਜਾਣ ਜੀ ਇਹ ਪਹਿਲ ਕਰੇ ਸਰਕਾਰ ਅਸੀਂ ਸਵਾਗਤ ਕਰਾਂਗੇ ਮੈਂ ਤਹਿ ਦਿਲੋਂ ਜਿਹੜਾ ਹੈਗਾ ਸ਼ੁਕਰੀਆ ਕਰੂੰਗਾ ਜਿਹੜਾ ਮਾਨ ਸਰਕਾਰ ਦਾ ਕਿ ਉਹਨਾਂ ਨੇ ਜਿਹੜੇ ਕਬਜ਼ੇ ਪਿੰਡੂ ਕੋਆਪਰੇਟਿਵਾਂ ਨੂੰ ਦੇਤੇ ਔਰ ਜੇ ਪਿੰਡੂ ਕੋਆਪਰੇਟਿਵ ਕਬਜ਼ੇ ਦਿੰਨੇ ਆ ਉਹ ਤੇ ਉੱਥੇ ODOP ਦੇ ਤਹਿਤ ਲੱਗਦੇ ਆ 2 ਕਰੋੜ ਰੁਪਏ ਦੀ ਗਰੰਟੀ ਪ੍ਰਧਾਨ ਮੰਤਰੀ ਦਿੰਦੇ ਆ ਤਾਂ ਅਸੀਂ ਪਿੰਡ ਦੇ ਵਿੱਚੋਂ ਹੀ ਡਿਵਰਸਿਫਾਈਡ ਫਸਲ ਜਿਹੜੀ ਆ ਉਹਦੀ ਐਕਸਪੋਰਟ ਕਰਨੀ ਸ਼ੁਰੂ ਕਰ ਦਿਆਂਗੇ ਸਾਡਾ ਜਿਹੜਾ ਬੱਚਾ ਬਾਹਰ ਜਾਂਦਾ ਉਹ ਸਾਡੀ ਫਸਲ ਲੈ ਕੇ ਜਾਣ ਲੱਗ ਜਾਊਗਾ ਸਾਡਾ ਐਂਬੈਸਡਰ ਬਣ ਜਾਊਗਾ ਐਕਸਪੋਰਟਰ ਬਣ ਜਾਊਗਾ ਤੋਂ ਸਾਡਾ ਕੰਮ ਤਾਂ ਆਹੀ ਆ ਅਸੀਂ ਆਪਦੇ ਬੱਚਿਆਂ ਨੂੰ ਬਾਹਰ ਜਾਣੋਂ ਰੋਕਣਾ ਤੇ ਆਪਦੀ ਜਿਹੜੀ ਫਸਲ ਆ ਵਾਹਣ ਹੈ ਉਹ ਚ ਡਿਵਰਸਿਫਿਕੇਸ਼ਨ ਲਿਆਉਣੀ ਤੇ ਕੇਂਦਰ ਸਰਕਾਰ ਦਾ ਪੂਰਾ ਮੈਪ ਬਣਿਆ ਹੋਇਆ ਇਹਦੇ ਤੇ ਔਰ ਉਹ ਮੈਪ ਸਾਡਾ ਪਤਾ ਨਹੀਂ ਕੀ ਗੱਲ ਆ ਅਸੀਂ ਜਿੰਨੇ ਵਾਰੀ ਮਰਜ਼ੀ ਸਮਝਾ ਲਈਏ ਉਹ ਜਿਵੇਂ ਪੰਜਾਬੀ ਚ ਇੱਕ ਕਹਾਵਤ ਆ ਉਹ ਕਦੇ ਛੜੇ ਜੇਠ ਨੂੰ ਲੱਸੀ ਕਦੇ ਉਹ ਦਿਓਰ ਭਾਵੇਂ ਮੱਝ ਚੁੰਗ ਜੇ ਉਵੇਂ ਉਹ ਸਾਡਾ ਦਾ ਜਿਹੜਾ ਅਸੀਂ ਦੱਸੀ ਉਹ ਸੁਣਨੀ ਨਹੀਂ ਮੈਂ ਬਹੁਤ ਵਾਰੀ ਗੱਲ ਸਾਡੇ ਕਿਸਾਨ ਭਰਾਵਾਂ ਨੂੰ ਪੋਜ਼ਿਟਿਵ ਐਟੀਟਿਊਡ 'ਚ ਮੈਂ ਗੱਲ ਕਰਦਾ ਸਾਰੇ ਚੌਹਾਨ ਸਾਹਿਬ ਸਤਿਕਾਰਯੋਗ ਨੇ ਸਾਰਿਆਂ ਕੋਲੇ ਮੈਂ ਗੱਲ ਕਰਦਾ ਵੀ ਇੱਕ ਵਾਰੀ ਸਾਡੇ ਨਾਲ ਬੈਠਕ ਤਾਂ ਕਰੋ ਨਾ ਕੇਂਦਰ ਦੀਆਂ ਸਕੀਮਾਂ ਲਾਗੂ ਤਾਂ ਕਰਾ ਲਓ ਚਲੋ ਤੁਸੀਂ ਬਿੱਲ ਵਾਪਸ ਕਰਾ ਲਏ ਅਸੀਂ ਹੱਥ ਜੋੜ ਕੇ ਕਰ ਦਿਓ ਬਾਕੀ ਤਾਂ ਲੈ ਲਓ ਆਪਾਂ ਛੱਡਦੇ ਕਾਹਤੋਂ ਆ ਜਿਹੜਾ ਕੋਈ ਪੰਜਾਬ ਨੂੰ ਮਿਲਦਾ ਉਹ ਤਾਂ ਲੈ ਲਈਏ ਬਹਿ ਕੇ ਅਸੀਂ ਤਿਆਰ ਆ ਤੁਹਾਡੇ ਨਾਲ ਚਾਹੀਦਾ ਵੀ ਹੈ ਜੀ ਆ ਜ਼ਮੀਨਾਂ ਜਿਹੜੀਆਂ ਪਿੰਡਾਂ ਦੇ ਮੁੰਡਿਆਂ ਨੂੰ ਦਵਾਈਏ ਕੋਆਪਰੇਟਿਵਾਂ ਬਣਾਈਏ ਮੈਂ ਤਿਆਰ ਆ ਮੈਂ ਸਪੀਕਰ ਸਾਹਿਬ ਨੂੰ ਮਿਲਣਾ ਥੋੜੇ ਦਿਨਾਂ ਦੇ ਵਿੱਚ ਲੈਟਰ ਲੈ ਕੇ ਜਾਊਂਗਾ ਧਾਲੀਵਾਲ ਸਾਹਿਬ ਤੁਸੀਂ ਤਾਂ ਨਾ ਹੀ ਸਮਝਾਓ ਚੰਗੀ ਗੱਲ ਆ 1 ਸਾਲ ਦਿੱਲੀ ਲਾ ਕੇ ਆਏ ਆ ਹੁਣ ਸਾਰੇ ਬੈਠ ਕੇ 1 ਸਾਲ ਦੇ ਵਿੱਚ ਤੁਸੀਂ ਇਹੀ ਕਿਹਾ ਵੀ ਅਸੀਂ ਸਮਝਾਉਣਾ ਪੰਜਾਬ ਨੂੰ ਸਮਝ ਨਹੀਂ ਸਕੇ ਧਾਲੀਵਾਲ ਸਾਹਿਬ ਤੁਸੀਂ ਭਰਾਓ ਅੱਛਾ ਗੱਲ ਦੱਸੋ ਅੱਛਾ ਧਾਲੀਵਾਲ ਸਾਹਿਬ ਗੱਲ ਦੱਸੋ ਤੁਸੀਂ ਚੌਹਾਨ ਸਾਹਿਬ ਦੀ ਇੱਕ ਗੱਲ ਤਾਂ ਮੰਨ ਲਈ
ਵੀ ਠੀਕ ਆ ਜਿਹੜਾ ਉਹ ਬਦਲ ਕੀਤਾ ਜਾਵੇ। ਪਾਣੀ ਵਾਲੀ ਗੱਲ ਤਾਂ ਤੁਸੀਂ ਗੁੰਮ ਕਰ ਜਨੇ। ਇਹ ਦਿੱਲੀ ਏਜੰਡਾ ਪਾਰਟੀਆਂ ਨੂੰ ਪਤਾ ਨਹੀਂ ਕੀ ਸਮੱਸਿਆ ਹੈ। ਪੰਜਾਬ ਦੇ ਪਾਣੀ ਦੇ ਮੰਗਣ ਦਾ ਤੁਸੀਂ ਇੰਨਾ ਐਵੇਂ ਰਾਜਨੀਤੀ ਨਾ ਕਰੋ, ਰਾਜਨੀਤੀ ਨਾ ਕਰੋ, ਇੱਥੇ ਐਵੇਂ ਬਿਨਾ ਕਰ ਦੋ। ਇਹ ਜਿਹੜਾ ਮਸਲਾ ਦਾ ਪਾਣੀ ਵਾਲੇ ਮਸਲੇ ਦੀ ਡਿਸਕਸ਼ਨ ਕਰੀਏ ਜੀ, ਤੁਸੀਂ ਇਸੇ ਗੱਲ ਤੋਂ ਪਿੱਛੇ ਹੋ ਗਏ। ਪੰਜਾਬ ਵਾਲੇ ਜਿਹੜੇ ਮਸਲੇ ਦਾ ਨਕਾਰਤਾ ਲੋਕਾਂ ਨੇ ਜੀ, ਧਾਲੀਵਾਲ ਸਾਹਿਬ ਪਾਣੀ ਵਾਲੇ ਮੁੱਦੇ ਤੇ ਪਾਣੀ ਵਾਲੇ ਮੁੱਦੇ ਤੇ ਜਿੰਦਰ ਸਾਹਿਬ ਹੈਲਦੀ ਡਿਬੇਟ ਕਰੀਏ ਜੀ। ਗੁੱਡ ਡਿਸਕਸ਼ਨ ਪੁਆਇੰਟ ਰੱਖੀ ਅੱਜ, ਬਹੁਤ ਵਧੀਆ ਚੱਲ ਰਿਹਾ ਜੀ। ਮੈਨੂੰ ਜੱਜ ਸਾਹਿਬ ਪਲਾਨ ਹੈ ਨਹੀਂ ਸਵਾਲ ਨਿੰਦਣ ਤੋਂ, ਕੱਲਾ ਨਿੰਦੀ ਜਾਂਦੇ ਹੋ ਸਰਕਾਰ ਨੂੰ। ਜਦੋਂ ਤੁਸੀਂ ਪਲਾਨ ਦੇ ਦਿਓ, ਗੱਲ ਤਾਂ ਰੱਖਣ ਦੋ ਮੈਨੂੰ। ਤੁਸੀਂ ਕਿਹਾ ਕਿ ਧਾਲੀਵਾਲ ਸਾਹਿਬ ਜੀ ਤੁਸੀਂ ਮੇਰਾ ਸਮਾਂ ਕੱਟਿਆ, ਮੈਂ ਧਾਲੀਵਾਲ ਸਾਹਿਬ ਕੰਪਲੀਟ ਕਰ ਲਓ ਜੀ। ਚਿੰਦਰ ਸਾਹਿਬ ਮੈਂ ਤੁਹਾਡੇ ਕੋਲ ਆਉਣਾ ਜੀ। ਧਾਲੀਵਾਲ ਸਾਹਿਬ ਕੰਪਲੀਟ ਕਰ ਲਓ ਜੀ। ਤੁਹਾਡੇ ਕੋਲੇ ਆਵਾਂ ਜਦੋਂ ਗੱਲ ਕਰਦਾ ਜੀ। ਧਾਲੀਵਾਲ ਸਾਹਿਬ ਮੈਂ ਜਿਹੜੀ ਗੱਲ ਕਰ ਰਿਹਾ, ਮੈਂ ਆਉਣਾ ਜੀ ਪ੍ਰਦੀਪ ਜੀ, ਇੱਕ ਵਾਰ ਤੁਹਾਡੇ ਵੱਲ ਹੀ ਆਉਣਾ ਜੀ। ਜੀ ਮੈਂ ਆਪਦੀ ਗੱਲ ਫਾਈਨਲ ਕਰਦਾ ਜੀ। ਮੈਂ ਸਪੀਕਰ ਸਾਹਿਬ ਨੂੰ ਮਿਲਣਾ ਥੋੜੇ ਦਿਨਾਂ ਦੇ ਵਿੱਚ ਇਸ ਵਿਸ਼ੇ ਤੇ। ਮੈਂ ਚੌਹਾਨ ਸਾਹਿਬ ਤੋਂ ਇਸ ਗੱਲ ਦਾ ਸਹਿਯੋਗ ਚਾਹੂੰਗਾ ਜ਼ਰੂਰ ਕਿ ਜਿਹੜੀਆਂ ਪਿੰਡੂ ਜ਼ਮੀਨਾਂ ਛਡਾਈਆਂ ਜਾ ਰਹੀਆਂ ਉਹ ਪਿੰਡ ਦੇ ਮੁੰਡਿਆਂ ਨੂੰ ਕੋਆਪਰੇਟਿਵ ਬਣਾ ਕੇ ਦਿੱਤੀਆਂ ਜਾਣ, ਔਰ ਉਹਦੇ ਉੱਤੇ ਕੋਆਪਰੇਟਿਵਸ ਦੇ ਐਫਪੀਓ ਬਣਾ ਕੇ ਜਿਹੜਾ ਹੈਗਾ ਅਸੀਂ ਐਕਸਪੋਰਟ ਜਿਹੜਾ ਆਪਣੀਆਂ ਫਸਲਾਂ ਦਾ ਸ਼ੁਰੂ ਕਰ ਸਕੀਏ ਜੀ। ਨਹਿਰੀ ਪਾਣੀ ਨੂੰ ਲੈ ਕੇ ਵੀ ਜੀ ਕੁਝ ਸਰਕਾਰ ਤੋਂ ਆਪਣੀ ਤੋਂ ਅਪੀਲ ਕਰੂੰਗੇ ਕਿ ਸਮੇਂ ਸਿਰ ਪਾਣੀ ਆ ਜਾਵੇ ਜੀ। ਨਹਿਰੀ ਪਾਣੀ ਦਾ ਜਿਹੜਾ ਵਿਸ਼ਾ ਜੀ ਕਿਸੇ ਦਿਨ ਡਿਬੇਟ ਰੱਖ ਲਿਓ BBM ਤੇ। ਮੈਂ ਇਸ ਗੱਲ ਤੇ ਪੂਰੇ ਉਹਦੇ ਚ ਇਹਨਾਂ ਨੂੰ ਚੰਦਰ ਸਾਹਿਬ ਨੂੰ ਬੁਲਾ ਲਿਓ। ਠੀਕ ਹੈ, ਫਿਰ ਵੱਖਰਾ ਵਿਸ਼ਾ ਮੈਂ ਦਿਖਾ ਦੂੰਗਾ ਜੀ। ਪ੍ਰਦੀਪ ਮਾਨ ਜੀ। ਜੀ ਮੈਂ ਗੁਰਪ੍ਰੀਤ ਜੀ ਸਿਰਫ 2 ਮਿੰਟ ਤੁਹਾਡੇ ਲੈਣਾ ਚਾਹੂੰਗਾ, ਬੜੀ ਇੰਪੋਰਟੈਂਟ ਗੱਲ ਦੱਸਣ ਲੱਗਿਆ ਜੀ। ਐਡ ਕਰੂੰਗਾ। ਦੇਖੋ ਟੇਲਸ ਤਾਂ ਜਿੰਨੀਆਂ ਵੀ ਸੰਗਰੂਰ ਦੇ ਵਿੱਚ ਨਾ ਜਿੰਨੇ ਵੀ ਜਿਹੜੇ ਆਪਣੇ ਨਹਿਰੀ ਪਟਵਾਰੀ ਨੇ ਉਹਨਾਂ ਨੂੰ ਤੁਸੀਂ ਜਾ ਕੇ ਪੁੱਛ ਲਿਓ, ਭਾਵੇਂ 5 ਤਾਂ ਮੇਰੀ ਦੋਸਤ ਨੇ ਜਿਹੜੇ ਮੇਰੇ ਨਾਲ ਪੜ੍ਹ ਕੇ ਲੱਗੇ ਨੇ। ਟੇਲਸ ਤਾਂ ਸੁੱਕੀਆਂ ਪਈਆਂ ਨੇ, ਪਿੱਛੇ ਪਾਣੀ ਤਾਂ ਪਹੁੰਚ ਹੀ ਨਹੀਂ ਰਿਹਾ। ਪਾਣੀ ਪਤਾ ਨਹੀਂ ਕਿੱਥੇ ਜਾ ਰਿਹਾ। ਪਾਣੀ ਦਾ ਸਾਰਾ ਰਾਜਸਥਾਨ ਦੇ ਰਹੇ ਨੇ। ਇਹ ਪਾਣੀ ਇਹਨਾਂ ਦੀ ਡਬਲ ਫੇਸ ਦਾ ਆਮ ਆਦਮੀ ਪਾਰਟੀ ਦੀ ਹਰਿਆਣੇ 'ਚ ਬਹਿ ਕੇ ਤਾਂ ਕਰਦੇ ਨੇ SYL ਦੀ ਗੱਲ ਵੀ ਹਾਂਜੀ ਪਾਣੀ SYL ਦਾ ਹਰਿਆਣੇ ਨੂੰ ਦਿੱਤਾ ਜਾਵੇ। ਉਰੇ ਬਹਿ ਕੇ ਕਹਿੰਦੇ ਨੇ ਪਾਣੀ ਬਚਾਓ, ਠੀਕ ਹੈ ਜੀ। ਉਰੇ ਬਚਾ ਕੇ 1500 ਦੇ ਰਹੇ ਨੇ। ਜਿਹੜੀ ਮੇਨ ਗੱਲ ਆ, ਮੈਂ ਕੁਲਦੀਪ ਧਾਲੀਵਾਲ ਜੀ ਮੇਰੇ ਵੱਡੇ ਭਰਾ ਨੇ, ਮੈਂ ਉਹਨੂੰ ਇੱਕ ਗੱਲ 'ਚ ਐਡ ਆਨ ਕਰਨਾ ਚਾਹੁੰਦਾ ਸੀ। ਮੈਂ ਮੋਦੀ ਸਾਹਿਬ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਸੀ ਕਿ ਆਪਾਂ ਨੇ ਹੁਣ ਜਿਹੜੇ ਐਗਰੀਕਲਚਰ ਦੇ ਸੰਦ ਨੇ, ਠੀਕ ਹੈ ਜੀ, ਐਗਰੀਕਲਚਰ ਦੇ ਟਰੈਕਟਰ ਦੇ ਟਾਇਰ ਤੇ 18% GST ਲੱਗ ਗਿਆ, ਦਵਾਈਆਂ ਤੇ 5% GST ਆ। ਤਾਂ ਜਿਹੜੀ ਖੇਤੀ ਆ ਨਾ ਕਿਸਾਨ ਦੀ, ਉਹ ਖੇਤੀ ਦਾ ਕਿਹਾ ਸੀਗਾ ਇਹਨਾਂ ਨੇ, ਕਿਹਾ ਸੀ ਕਿ ਅਸੀਂ ਆਮਦਨ 2016 ਦੀ ਸਟੇਟਮੈਂਟ ਹੈ ਮੋਦੀ ਸਾਹਿਬ ਦੀ ਕਿ ਕਿਸਾਨ ਦੀ ਆਮਦਨ ਅਸੀਂ 2 ਗੁਣਾ ਕਰ ਦਾਂਗੇ। ਠੀਕ ਹੈ ਜੀ, ਕਿਸਾਨ ਦੀ ਆਮਦਨ 2 ਗੁਣਾ ਤਾਂ ਨਹੀਂ ਹੋਈ, ਪਰ ਉਹਦਾ ਜਿਹੜਾ ਦਰਦ ਆ ਉਹ 100 ਗੁਣਾ ਹੋ ਗਿਆ। ਅੱਜ ਦੀ ਡੇਟ ਦੇ ਵਿੱਚ ਜਿਹੜਾ ਕਿਸਾਨ ਹੈ ਨਾ, ਕਿਸਾਨ ਦੀ 1 ਏਕੜ ਦਾ 25,000 ਰੁਪਏ ਜੀ। ਪ੍ਰਦੀਪ ਜੀ ਉਹਨਾਂ ਕੋਲ ਤਾਂ ਵੈਲਿਡ ਪੁਆਇੰਟਸ ਆ ਗਏ ਵੀ ਅਸੀਂ ਬਿੱਲ ਲਿਆਉਣਾ ਚਾਹੁੰਦੇ ਸੀਗੇ ਤੇ ਬਿੱਲਾਂ ਦੇ ਨਾਲ ਉਹਨਾਂ ਦੀ ਆਮਦਨ ਵਧਣੀ ਸੀ। ਉਹਨਾਂ ਕੋਲ ਤਾਂ ਪੁਆਇੰਟਸ ਹੈਗੇ ਨੇ ਇਸ ਗੱਲ ਦੇ ਉੱਤੇ। ਬਿੱਲ ਨਹੀਂ ਲਾਗੂ ਹੋਏ ਤਾਂ ਸੈਪਰੇਟ ਇਸ਼ੂ। ਦੇ ਹੈਵ ਅ ਵੈਰੀ ਵੈਲਿਡ ਐਕਸਕਿਊਜ਼। ਅਸੀਂ ਸਾਡੇ ਕੋਲ ਆ ਚੀਜ਼ ਸੀਗੀ, ਸਾਡੇ ਕੋਲ ਆ ਪਲਾਨ ਸੀਗਾ। ਗੁਰਪ੍ਰੀਤ ਜੀ ਦੇਖੋ ਮੇਰੀ ਗੱਲ ਸੁਣੋ ਗੁਰਪ੍ਰੀਤ ਜੀ, ਮੈਂ ਤੁਹਾਨੂੰ ਪੰਜਾਬੀ ਦੀ ਭਾਸ਼ਾ ਆਪਣੇ ਸਾਰੇ ਬੈਠੇ ਨੇ, ਸਿੱਧੀ ਗੱਲ ਦੱਸਦਾ ਹੈ। ਜੇ ਮੁੰਡੇ ਨੂੰ ਕੁੜੀ ਪਸੰਦ ਨਹੀਂ ਹੁੰਦੀ ਤੁਸੀਂ ਉਹਦਾ ਵਿਆਹ ਨਹੀਂ ਕਰ ਸਕਦੇ। ਜਦ ਕਿਸਾਨ ਨੂੰ ਚੀਜ਼ਾਂ ਹੀ ਨਹੀਂ ਪਸੰਦ, ਕਿਸਾਨ ਚਾਹੁੰਦਾ ਹੀ ਨਹੀਂ ਕਿ ਜਿਹੜਾ ਅੰਨ ਆਉਂਦਾ ਹੈ, ਠੀਕ ਹੈ ਜੀ, ਜਿਹੜੀ ਧਰਤੀ ਮਾਂ ਹੈ ਇਹ ਵੀ ਇੱਕ ਜਿਵੇਂ ਗਰਭ ਦੀ ਤਰ੍ਹਾਂ ਹੁੰਦੀ ਹੈ, ਇਹ ਵੀ ਇੱਕ ਜਿਵੇਂ ਗਰਭ 'ਚ ਬੱਚਾ ਪੈਦਾ ਹੁੰਦਾ ਨਾ, ਐ ਧਰਤੀ ਮਾਂ ਇੱਕ ਗਰਭ 'ਚ ਰੱਖ ਕੇ ਬੀਜ ਨੂੰ ਰੱਖ ਕੇ ਫਸਲ ਉੱਗੀ ਜਾਂਦੀ ਹੈ। ਅਮਨ ਗੁਰੂ ਪਾਣੀ ਦਾ ਮਾਤਾ ਧਰਤੀ ਗੁਰਬਾਣੀ ਵੀ ਕਹਿੰਦੀ ਹੈ ਜੀ। ਹਾਂ ਮੈਂ ਤੁਹਾਨੂੰ ਇਹੀ ਗੱਲ ਸਮਝਾਉਣਾ ਚਾਹੁੰਦਾ ਸੀ, ਕਿਸਾਨ ਦੀ ਜਿਹੜੀ ਆਮਦਨ ਜਿਹੜੀ ਆ ਉਹ ਘਟਦੀ ਜਾ ਰਹੀ ਹੈ, ਖਰਚਾ ਵੱਧਦਾ ਜਾ ਰਿਹਾ ਕਿਸਾਨ ਦਾ। ਪ੍ਰਤੀ ਕਿਸਾਨ ਦੀ ਜਿਹੜੀ ਡੇਲੀ ਦੀ ਇਨਕਮ 27 ਰੁਪਏ ਰਹਿ ਗਈ। 74,000 ਪ੍ਰਤੀ ਕਿਸਾਨ ਪੂਰੇ ਦੇਸ਼ ਦੇ ਵਿੱਚ ਕਰਜ਼ਾ ਹੈ। ਅੱਜ ਦੀ ਰੇਟ ਦੇ ਵਿੱਚ ਜੇ ਸਟੇਟ ਵਾਈਜ਼ ਜਾਓਗੇ ਤਾਂ ਕਰਨਾਟਕਾ ਦਾ 1,82,500 ਪ੍ਰਤੀ ਕਿਸਾਨ। ਜੇ ਸਟੇਟ ਵਾਈਜ਼ ਸਾਰੇ ਦੇਸ਼ 'ਚ ਵੰਡ ਦੋਗੇ ਤੇ ਪੰਜਾਬ ਦਾ 2,35,000 ਰੁਪਏ ਪ੍ਰਤੀ ਕਿਸਾਨ ਖਰਚਾ ਵੱਧਦਾ ਜਾ ਰਿਹਾ ਹੈ। ਤਾਂ ਮੇਰੀ ਆਮ ਆਦਮੀ ਪਾਰਟੀ ਦੀ ਜਿਹੜੀ ਨਵੀਂ ਸਰਕਾਰ ਉਹ ਇਹੀ ਬੇਨਤੀ ਹੈ ਕਿ ਆਪਾਂ ਉਪਰਾਲਾ ਦਾ ਬਹੁਤ ਚੰਗਾ ਕੀਤਾ, ਕਿਸਾਨ ਅੱਜ ਦੇ ਕਰਜ਼ੇ ਥੱਲੇ ਦੱਬਦਾ ਜਾ ਰਿਹਾ। ਤਾਂ ਸਾਡੀ ਸਰਕਾਰ ਨੇ ਮੈਂ ਬੰਦ ਖਤਮ ਕਰ ਰਿਹਾ ਗੱਲ ਆਪਣੀ। ਸਾਡੀ ਸਰਕਾਰ ਨੇ ਇੱਕ ਉਪਰਾਲਾ ਇਹੀ ਕੀਤਾ ਸੀ, ਅਸੀਂ 5 ਲੱਖ ਜਿਹੜਾ 90,000 ਕਿਸਾਨਾਂ ਦਾ 4600 ਕਰੋੜ ਰੁਪਇਆ ਮਾਫ ਕਰਨ ਦਾ ਉਪਰਾਲਾ ਵੀ ਕੀਤਾ ਸੀ। ਪੂਰੇ ਦੇਸ਼ ਦੇ ਵਿੱਚ ਇੱਕੋ ਇੱਕ ਐਸੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਰਹੇ ਨੇ ਜਿਹਨੇ 72,000 ਕਰੋੜ ਰੁਪਏ ਕਿਸਾਨਾਂ ਦਾ ਮਾਫ ਕੀਤਾ ਸੀ। ਉਪਰਾਲਾ ਸੀ ਠੀਕ ਹੈ, ਚੰਗਾ ਉਪਰਾਲਾ। ਸਾਰੇ ਭਰਾਵਾਂ ਨੇ ਆਪਣੇ ਹੈਲਦੀ ਡਿਬੇਟ ਕੀਤੀ। ਅਗਰ ਆਮ ਆਦਮੀ ਪਾਰਟੀ ਸਮਝ ਆਸਤ ਨਹੀਂ ਦੇ ਰਿਹਾ ਬਿਲਕੁਲ, ਬਾਕੀ ਮੇਰੀ ਇਹ ਮੰਗ ਹੈ ਇਹਨਾਂ ਨੂੰ 1500 ਨਹੀਂ 5,000 ਰੁਪਏ ਇਹਨਾਂ ਨੂੰ ਦੇਣਾ ਚਾਹੀਦਾ। ਠੀਕ ਹੈ। ਸਰਬਜੀਤ ਜਿੰਜਰ ਜੀ
ਦੇਖੋ ਗੁਰਪ੍ਰੀਤ ਜੀ, ਮੈਂ ਢਾਲੀਵਾਲ ਜੀ ਨਾਲ ਗੱਲ ਕਰ ਰਿਹਾ ਸੀ ਪਹਿਲਾਂ, ਮੈਂ ਮਾਫੀ ਚਾਹੁੰਦਾ, ਚਲੋ ਉਹਨਾਂ ਦੀ ਗੱਲ ਦੇ ਵਿੱਚ ਮੈਂ ਬੋਲਿਆ, ਨਹੀਂ ਕੋਈ ਗੱਲ ਪਰ ਨਹੀਂ। ਗੱਲ ਮੈਂ ਇਹ ਗੱਲ ਕਰ ਮੈਂ ਸਿਰਫ ਇੱਕੋ ਪੱਤੀ ਸੀ ਮੈਨੂੰ ਕਿ ਬੀਜੇਪੀ ਦੇ ਜਿਹੜੇ ਆਗੂ ਨੇ ਹਮੇਸ਼ਾ ਇੱਕੋ ਗੱਲ ਬਾਰ-ਬਾਰ ਪਤਾ ਨਹੀਂ ਕਿਉਂ ਕਹਿੰਦੇ ਨੇ, ਪੰਜਾਬ ਦੇ ਕਿਸਾਨਾਂ ਨੂੰ ਅਸੀਂ ਸਮਝਾ ਨਹੀਂ ਸਕੇ। ਕੀ ਗੱਲ ਪੰਜਾਬ ਦੇ ਕਿਸਾਨ ਇੰਨੇ ਨਾ ਸਮਝ ਨੇ? ਆ ਸਾਡੇ ਕੋਲ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬੈਠੇ ਨੇ, ਜੰਗਵੀਰ ਸਿੰਘ ਜੀ ਚੌਹਾਨ ਸਾਹਿਬ, ਇਹਨਾਂ ਦੀ ਸੰਯੁਕਤ ਮੋਰਚੇ ਦੀ ਅਗਵਾਈ ਦੇ ਵਿੱਚ ਪੂਰਾ ਪੰਜਾਬ ਦਾ ਕਿਸਾਨ ਸਮਝਾ ਕੇ ਆਇਆ ਬੀਜੇਪੀ ਨੂੰ ਚੰਗੀ ਤਰ੍ਹਾਂ ਦਿੱਲੀ 'ਚ ਬੈਠ ਕੇ ਕਿ ਕਿਸਾਨ ਸਮਝਦਾਰ ਨੇ ਜਾਂ ਬੀਜੇਪੀ ਦੇ ਆਗੂ ਸਮਝਦਾਰ ਨੇ। ਤੁਸੀਂ ਬਾਰ-ਬਾਰ ਪੰਜਾਬ ਦੇ ਕਿਸਾਨਾਂ ਨੂੰ ਇੰਨਾ ਅਨਪੜ੍ਹ, ਇੰਨਾ ਨੀਵਾਂ ਨਾ ਦਿਖਾਇਆ ਕਰੋ ਕਿ ਸਾਡੀ ਕੋਈ ਸਮਝਦਾ ਨਹੀਂ। ਪੰਜਾਬ ਦਾ ਕਿਸਾਨ ਸਾਰੀ ਗੱਲ ਸਮਝਦਾ ਆਪਣੀ ਤੇ ਮਨਾਉਣੀ ਵੀ ਜਾਣਦਾ। ਮੈਂ ਸਿਰਫ ਇੱਕੋ ਗੱਲ ਕਰਦਾ ਕਿ ਠੀਕ ਹੈ, ਖੇਤੀ ਵਿਭਿੰਨਤਾ ਲਿਆਉਣੀ ਵੀ ਜ਼ਰੂਰੀ ਆ, ਪਰ ਇੱਕ ਗੱਲ ਜ਼ਰੂਰ ਕਰਨੀ ਚਾਹੀਦੀ ਆ ਕਿ ਪੰਜਾਬ ਦਾ ਜਿਹੜਾ ਨਹਿਰੀ ਪਾਣੀ ਆ ਉਹ ਵੱਧ ਤੋਂ ਵੱਧ ਪੰਜਾਬ ਦੇ ਕੱਲੇ-ਕੱਲੇ ਖੇਤ ਤੱਕ ਪਹੁੰਚਦਾ ਕਰੀਏ, ਤਾਂ ਕਿ ਜਿਹੜੀ ਇਹ ਆਪਣੀ ਪਾਣੀ ਵਾਲੀ, ਕਿਉਂਕਿ ਜਿਹੜੀ ਝੋਨੇ ਦੀ ਅੱਜ ਆਪਾਂ ਸਿੱਧੀ ਬਿਜਾਈ ਦੀ ਗੱਲ ਕਰ ਰਹੇ ਹਾਂ, ਮੇਨ ਸਮੱਸਿਆ ਤਾਂ ਇਹਦੀ ਪਾਣੀ ਦੀ ਹੈ ਨਾ, ਕਿ ਪਾਣੀ ਦਾ ਪੱਧਰ ਥੱਲੇ ਜਾ ਰਿਹਾ, ਤੇ ਜੇ ਉਹਨੂੰ ਆਪਾਂ ਠੀਕ ਕਰਨਾ, ਉਹ ਪੱਧਰ ਥੱਲੇ ਨੀਵਾਂ ਨਾ ਜਾਵੇ ਤੇ ਪੰਜਾਬ ਦੇ ਕਿਸਾਨਾਂ ਨੂੰ ਉਹਦਾ ਪੂਰਾ ਆਪਣਾ ਪਾਣੀ ਵੀ ਮਿਲੇ ਫਸਲਾਂ ਲਈ। ਉਹਦੇ ਲਈ ਨਹਿਰੀ ਜਿਹੜਾ ਪਾਣੀ ਹੈ, ਜਿਹੜੇ ਪਾਣੀ ਦੇ ਪਿੱਛੇ ਪੂਰੀ ਲੜਾਈ ਜੰਗ ਚੱਲਦੀ ਹੈ। ਕਦੇ ਹੁਣ ਦਿੱਲੀ ਵਾਲੇ ਕਹਿੰਦੇ ਨੇ ਕਿ ਅਸੀਂ ਪਾਣੀ ਦਿੱਲੀ ਲੈ ਜਾਾਂਗੇ, ਦਿੱਲੀ ਏਜੰਡਾ ਪਾਰਟੀਆਂ ਤਾਂ ਹਮੇਸ਼ਾ ਹੀ ਇਹ ਚਾਹੁੰਦੀਆਂ ਨੇ ਕਿ ਪੰਜਾਬ ਦਾ ਪਾਣੀ, ਪੰਜਾਬ 5 ਦਰਿਆਵਾਂ ਦੀ ਧਰਤੀ ਆ, ਤੇ ਪੰਜਾਬ ਦਾ ਪਾਣੀ ਪਹਿਲਾਂ ਪੰਜਾਬ ਦੇ ਕੱਲੇ-ਕੱਲੇ ਖੇਤ ਤੱਕ ਪਹੁੰਚਾਈਏ, ਤਾਂ ਇਹ ਸਮੱਸਿਆਵਾਂ ਨੇ ਜਿਹੜੀਆਂ ਤਾਂ ਹੱਲ ਹੋ ਸਕਦੀਆਂ ਨੇ। ਨਹੀਂ ਤਾਂ ਆਪਾਂ ਇੱਥੇ ਚਰਚਾ ਕਰੀ ਜਾਵਾਂਗੇ, ਕਦੇ ਵੀ ਇਹਦਾ ਮਸਲੇ ਦਾ ਹੱਲ ਨਹੀਂ ਹੋਣਾ। ਸਿੱਧੀ ਬਿਜਾਈ ਦੇ ਨਾਲ ਸਟੇਟ ਦਾ ਪਾਣੀ ਬਹੁਤ ਜ਼ਿਆਦਾ ਨੁਕਸਾਨ ਹੋਣਾ। ਠੀਕ ਹੈ, ਇਹ 1500 ਦੇ ਕੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਨਾਲ ਮਜ਼ਾਕ ਕੀਤਾ। ਠੀਕ ਹੈ ਦਲਜੀਤ ਚੀਮਾ ਜੀ, ਲਾਸਟ ਰਿਐਕਸ਼ਨ, ਇਸ ਤੋਂ ਬਾਅਦ ਸਮਾਪਤੀ ਲਵਾਂਗੇ। ਚੀਮਾ ਜੀ, ਕਿਵੇਂ ਲੱਗ ਰਿਹਾ ਜੀ ਸਾਰੀ ਚੀਜ਼ ਨੂੰ ਜੀ? ਦੇਖੋ, ਪਹਿਲਾਂ ਤਾਂ ਮੈਂ ਅਪੀਲ ਕਰਾਂਗਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਪੋਲੀਟੀਕਲ ਪਾਰਟੀਆਂ ਨਾਲ ਲਾਇਲਟੀ ਤੁਹਾਡੀ ਬਣਦੀ ਹੈ, ਬਿਕਾਜ਼ ਤੁਸੀਂ ਉਸ ਪਾਰਟੀਕੂਲਰ ਪਾਰਟੀ ਦੇ ਮੈਂਬਰ ਹੋ, ਪਰ ਤੁਹਾਡੀ ਲਾਇਲਟੀ ਹੋਣੀ ਚਾਹੀਦੀ ਹੈ ਵਿਦ ਸਟੇਟ ਆਫ ਪੰਜਾਬ, ਪੰਜਾਬੀ ਸੂਬਾ, ਫਾਰਮਰ, ਆਪਣੇ ਬੰਦਿਆਂ ਨਾਲ ਜੀ। ਉਹਨਾਂ ਨਾਲ ਲਾਇਲਟੀ ਜੇ ਲੱਗਣੀ ਹੈ। ਅੱਗੇ ਵੀ ਅਸੀਂ ਲੜ ਕੇ ਸਾਡੀ ਈਗੋ ਜਿਹੜੀ ਹੈ ਪੋਲੀਟੀਕਲ ਪਾਰਟੀਆਂ ਦੀ, ਉਹਨਾਂ ਦੇ ਨਾਲ ਲੜ ਕੇ ਅਸੀਂ ਆਪਣਾ ਬਹੁਤ ਨੁਕਸਾਨ ਕੀਤਾ। ਦੂਜਾ, ਮੈਂ ਸਮਝਦਾ ਕਿ ਇਹਦੇ 'ਚ ਕੀ ਸ਼ੱਕ ਹੈ ਕਿ ਕੋਆਪਰੇਟਿਵ ਫਾਰਮਿੰਗ ਇਜ਼ ਏ ਗੁੱਡ ਆਈਡੀਆ। ਜਿਹੜਾ ਧਾਲੀਵਾਲ ਸਾਹਿਬ ਨੇ ਗੱਲ ਕੀਤੀ ਹੈ, ਮੈਂ ਉਹਦੇ ਨਾਲ ਟੋਟਲੀ ਐਗਰੀ ਕਰਨਾ। ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ, ਪਰ ਹੀ ਇਜ਼ ਐਬਸੋਲੂਟਲੀ ਰਾਈਟ ਕਿ ਜਿਹੜੀ ਲੈਂਡ ਤੁਹਾਡੇ ਕੋਲ ਹੈ ਉਹਦਾ ਤੁਸੀਂ ਲੈਂਡ ਪੂਲ ਬਣਾ ਕੇ ਉਹ ਦਿੱਤਾ ਜਾਏ ਯੂਥ ਆਫ ਦੈਟ ਸਟੇਟ, ਦੈਟ ਡਿਸਟ੍ਰਿਕਟ, ਔਰ ਉਹ ਪਿੰਡ ਜਾਂ ਜਿਸ ਤਰ੍ਹਾਂ ਵੀ ਉਹ ਕਰਕੇ। ਤੀਜੀ ਗੱਲ ਇਹ ਬੜੀ ਇੰਪੋਰਟੈਂਟ ਜਿਹੜੀ ਮੈਂ ਸਮਝਦਾ ਪਈ, ਰਿਸਰਚ ਵਾਸਤੇ ਐਗਰੀਕਲਚਰ ਯੂਨੀਵਰਸਿਟੀ ਦੇ ਹੱਥ ਮਜ਼ਬੂਤ ਕੀਤੇ ਜਾਣ। ਉਹਨਾਂ ਨੂੰ ਜਿਹੜੇ ਫੰਡਸ ਦੀ ਲੋੜ ਹੈ ਉਹ ਉਹਨਾਂ ਨੂੰ ਫੰਡ ਪ੍ਰੋਵਾਈਡ ਕੀਤੇ ਜਾਣ। ਜਿਹੜੀ ਸਪੋਰਟ ਚਾਹੀਦੀ ਹੈ, ਦੇਖੋ ਇਹ ਇੱਕਦਮ ਤਾਂ ਚੀਜ਼ਾਂ ਹੁੰਦੀਆਂ ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਯੂਨੀਵਰਸਿਟੀ ਜਿਹੜੀ ਹੈ ਸਾਡੀ ਐਗਰੀਕਲਚਰ ਯੂਨੀਵਰਸਿਟੀ, ਉਹਦੀ ਐਫੀਸ਼ੀਐਂਸੀ, ਇਫੈਕਟਿਵਨੈਸ ਡਿਕਲਾਈਨ ਹੋਈ ਹੈ ਕੁਝ ਸਾਲਾਂ ਦੇ ਵਿੱਚ। ਉਹਨਾਂ ਦੇ ਵਿੱਚ ਉਹ ਨਾ ਤੇ ਉਹਨਾਂ ਦੇ ਵਿੱਚ ਉਹ ਐਟੀਟਿਊਡ, ਅਪਰੋਚ ਔਰ ਉਹ ਰਿਹਾ ਹੈ, ਬਿਕਾਜ਼ ਦੇ ਆਰ ਨਾਟ ਮੋਟੀਵੇਟਿਡ। ਇਹ ਮੈਨੂੰ ਪਤਾ ਹੈ ਕਿਉਂਕਿ ਮੈਂ ਪਰਸਨਲੀ ਕੁਝ ਉੱਥੋਂ ਦੇ ਬੜੇ ਸੀਨੀਅਰ ਪ੍ਰੋਫੈਸਰਸ ਨੂੰ ਜਾਂ ਸਾਇੰਟਿਸਟ ਨੂੰ ਜਾਣਨਾ, ਔਰ ਸਾਡੀ ਗੱਲਬਾਤ ਵੀ ਹੁੰਦੀ ਰਹਿੰਦੀ ਹੈ, ਔਰ ਮੈਂ ਉੱਥੇ ਕਈ ਵਾਰੀ ਪੜ੍ਹਾਉਣ ਵਾਸਤੇ, ਲੈਕਚਰ ਲੈਣ ਵਾਸਤੇ ਗਿਆ ਵੀ ਹਾਂ। ਮੈਨੂੰ ਇਹ ਪਤਾ ਹੈ ਕਿ ਉਹ ਜਿਹੜਾ ਮੋਟੀਵੇਸ਼ਨ ਲੈਵਲ ਹੁੰਦਾ ਸੀ ਨਾ, ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਦੇ ਉੱਤੇ ਜਾਂ ਉਹਦੇ ਬਾਅਦ ਵੀ, ਉਹ ਚੀਜ਼ਾਂ ਰਹੀਆਂ ਨਹੀਂ। ਵਾਟ ਇਜ਼ ਰੌਂਗ, ਕੀ ਹੋ ਗਿਆ, ਕਿਉਂ ਇਹੋ ਜਿਹਾ ਸਟੇਜ ਆ ਗਈ? ਸੋ ਇਸ ਕਰਕੇ ਰਿਸਰਚ ਨੂੰ ਤੇ ਸਾਇੰਟੀਫਿਕ ਕਮਿਊਨਿਟੀ ਨੂੰ ਮੋਟੀਵੇਟ ਕਰੋ, ਰਿਸਰਚ ਨੂੰ ਪ੍ਰਮੋਟ ਕਰੋ, ਉਹਦੇ ਵਾਸਤੇ ਫੰਡ ਚਾਹੀਦੇ ਨੇ ਉਹ ਦਿਓ, ਔਰ ਦੇਖੋ ਤੁਸੀਂ ਇਹ ਟਾਈਮ ਲੱਗੇਗਾ ਪਰ ਰਿਜ਼ਲਟ ਆਉਣਗੇ। ਪਰ ਉਹਦੇ ਵਾਸਤੇ ਦੂਜਿਆਂ ਤੋਂ ਸਿੱਖਣਾ, ਸਾਇੰਸ ਤੇ ਟੈਕਨੋਲੋਜੀ, ਚਾਹੇ ਉਹ ਹਰਿਆਣੇ ਤੋਂ ਸਿੱਖ ਲਓ, ਚਾਹੇ ਕਿਸੇ ਹੋਰ ਸਟੇਟ ਤੋਂ ਸਿੱਖ ਲਓ। ਉਹ ਜਿਹੜੇ ਇਨੀਸ਼ੀਏਟਿਵ ਲਏ ਨੇ ਭਗਵੰਤ ਮਾਨ ਨੇ, ਮੇਰਾ ਖਿਆਲ ਹੈ ਨੌਲੇਜ ਸ਼ੇਅਰਿੰਗ, MOU ਵਗੈਰਾ, ਉਹ ਡਿਫਰੈਂਟ ਇਸ਼ੂ ਹੈ। ਮੈਨੂੰ ਪਤਾ ਤੁਹਾਡੇ ਵਿਊਜ਼ ਅਲੱਗ-ਅਲੱਗ ਹੋਣਗੇ ਉਹਦੇ ਬਾਰੇ, ਪਰ ਮੈਂ ਸਮਝਣਾ ਵੀ ਕੁਝ ਵੀ ਸਿੱਖ ਲੈਣਾ। ਅੱਜ ਅਸੀਂ ਨੌਲੇਜ ਸ਼ੇਅਰਿੰਗ ਸੁਸਾਇਟੀ ਦੇ ਵਿੱਚ ਆ, ਨੌਲੇਜ ਡਿਪਰੈਸਿੰਗ ਨਹੀਂ। ਨੌਲੇਜ ਕਿਧਰੋਂ ਵੀ ਮਿਲਦੀ ਹੈ, ਜੇ ਤੁਹਾਡੇ ਫਾਇਦੇ ਵਿੱਚ ਆਉਂਦੀ ਹੈ ਤੇ ਉਹਨੂੰ ਇਸਤੇਮਾਲ ਕਰਕੇ ਅਸੀਂ ਅੱਗੇ ਵਧੀਏ, ਰਾਦਰ ਦੈਨ ਛੋਟੀਆਂ-ਛੋਟੀਆਂ ਗੱਲਾਂ ਵਾਸਤੇ MOU ਕਰਤਾ ਜੀ, ਸਟੇਟ ਵੇਚ ਦਿੱਤੀ ਜੀ, ਪਾਣੀ ਰਾਜਸਥਾਨ ਨੂੰ ਚਲਾ ਗਿਆ, ਉਹਨਾਂ ਗੱਲਾਂ ਦੇ ਵਿੱਚ ਨਾ ਪਈਏ। ਠੀਕ ਹੈ, ਬਹੁਤ-ਬਹੁਤ ਧੰਨਵਾਦ ਜੀ ਸਾਰੇ ਆਗੂਆਂ ਦਾ। ਸੋ ਤੁਸੀਂ ਵੇਖ ਰਹੇ ਸੀਗੇ ਕਿ ਸਾਰੇ ਪਾਰਟੀ ਦੇ ਆਗੂਆਂ ਨੇ ਆਪੋ ਆਪਣੇ ਪੱਖ ਰੱਖੇ। ਹਾਲਾਂਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ
ਕਾਫੀ ਜ਼ਿਆਦਾ ਮੁੱਦਾ ਚਿੰਤਤ ਵੀ ਹੈ, ਕਿਉਂਕਿ ਝੋਨੇ ਦੀ ਜਦ ਵੀ ਬਿਜਾਈ ਹੁੰਦੀ ਹੈ ਤੇ ਜਿਹੜਾ ਪਾਣੀ ਹੈ ਉਹ ਕਾਫੀ ਹੱਦ ਤੱਕ ਯੂਜ਼ ਕੀਤਾ ਜਾਂਦਾ ਹੈ, ਜਿਸ ਦਾ ਪਾਣੀ ਦਾ ਜਿਹੜਾ ਸਤਰ ਹੈ ਉਹ ਡਾਊਨ ਹੋ ਰਿਹਾ। ਸੋ ਇਹ ਵੀ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਾਂਗੇ, ਕਿਸਾਨਾਂ ਦੇ ਨਾਲ ਰਲ ਕੇ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਕਿ ਸਾਇੰਸ ਦੇ ਨਾਲ ਕਿਵੇਂ ਤਰੱਕੀ ਕਰਨੀ ਹੈ। ਸੋ ਦਿਨ ਭਰ ਦੀਆਂ ਖਾਸ ਖਬਰਾਂ ਤੇ ਅਜਿਹੀਆਂ ਜਾਣਕਾਰੀਆਂ ਲਈ ਜੁੜੇ ਰਹੋ ਪੰਜਾਬ ਟੁਡੇ ਦੇ ਨਾਲ।